ਸਤਨਾਮ ਧੰਨ ਵਾਹਿਗੁਰੂ ਸਾਹਿਬ ਜੀਓ। ਪੌੜੀ ਸੱਚਾ ਵੇ ਪਰਵਾਹ, ਇੱਕੋ ਤੂੰ ਧਣੀ। ਤੂੰ ਸਭ ਕਿਛ ਆਪੇ ਆਪ, ਦੂਜੇ ਕਿਸ ਗਣੀ। ਸੱਚਾ ਵੇ ਪਰਵਾਹ, ਇੱਕੋ ਤੂੰ ਧਣੀ। ਤੂੰ ਸਭ ਕਿਛ ਆਪੇ ਆਪ, ਦੂਜੇ ਕਿਸ ਗਣੀ। ਮਾਨਸ ਕੂੜਾ ਗਰਭ, ਸੱਚੀ ਤੁਧ ਮਣੀ। ਆਵਾਗੌਣ ਰਚਾਏ, ਉਪਾਈ ਮੇਦਨੀ। ਸਤਿਗੁਰ ਸੇਵੇ ਆਪਣਾ, ਆਇਆ ਤਿਸ ਗਣੀ। ਜੇ ਹਉਮੈ ਵਿੱਚੋਂ ਜਾਏ, ਤਾਂ ਕੇਹੀ ਗਣਤ ਗਣੀ। ਮਨ ਮੁਖ ਮੋਹ ਗੁਬਾਰ, ਜਿਉ ਭੁੱਲਾ ਮੰਝ ਵਣੀ। ਕੱਟੇ ਪਾਪ ਅਸੰਖ, ਨਾਵੈ ਇਕ ਕਣੀ। ਮਨ ਮੁਖ ਮੋਹ ਗੁਬਾਰ, ਜਿਉ ਭੁੱਲਾ ਮੰਝ ਵਣੀ। ਕੱਟੇ ਪਾਪ ਅਸੰਖ, ਨਾਵੈ ਇਕ ਕਣੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਚਵਰ ਛਤਰ ਤਖਤ ਦੇ ਮਾਲਕ, ਜੁਗੋ ਜੁਗ ਅਟਲ। ਧੰਨ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏਮਾਨ ਹੋਏ ਬੈਠੇ ਗੁਰੂ ਸਵਾਰੇ ਸਤ ਸੰਗੀ ਜਨੋ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਨੇ ਆਪ ਬਖਸ਼ਿਸ਼ ਕਰਕੇ ਸਾਡੇ ਜੀਵਾਂ ਤੇ ਤਰਸ ਕੀਤਾ ਹੈ। ਸਾਨੂੰ ਸਤ ਸੰਗ ਕਰਨ ਦੀਆਂ ਸੁਭਾਗ ਘੜੀਆਂ ਬਖਸ਼ਿਸ਼ ਕੀਤੀਆਂ ਹਨ। ਆਪ ਜੀਆਂ ਨੇ ਗੁਰੂ ਚਰਨਾਂ 'ਚ ਬੈਠ ਕੇ ਸਤਿਗੁਰਾਂ ਦੀ ਪਾਵਨ ਪਵਿੱਤਰ ਬਾਣੀ ਦੇ ਜਿੱਥੇ ਪਾਠ ਸਰਵਣ ਕੀਤੇ ਹਨ, ਉੱਥੇ ਗੁਰੂ ਕੀ ਇਲਾਹੀ ਬਾਣੀ ਦਾ ਕੀਰਤਨ ਭਾਈ ਅਸ਼ੋਕ ਸਿੰਘ ਜੀ ਗੰਗਾ ਨਗਰ ਵਾਲੇ, ਉਹਨਾਂ ਦੇ ਰਾਗੀ ਜਥੇ ਪਾਸੋਂ ਸਰਵਣ ਕੀਤਾ ਹੈ। ਚੱਲ ਰਹੀ ਗੁਰਬਾਣੀ ਦੀ ਲੜੀਵਾਰ ਕਥਾ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਉਚਾਰਨ ਕੀਤੀ ਹੋਈ ਮਲਾਰ ਰਾਗ ਵਿੱਚ ਜੋ ਵਾਰ ਹੈ, ਉਸ ਦੀ ਵਿਚਾਰ ਚੱਲ ਰਹੀ ਹੈ। ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 1283 ਅੰਗ ਤੇ ਸ਼ਬਦ ਦੀ ਵਿਚਾਰ ਚੱਲ ਰਹੀ ਹੈ। ਅੱਜ ਜੋ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਉਚਾਰਨ ਕੀਤੀ ਹੋਈ ਪਾਵਨ ਪਵਿੱਤਰ ਪੌੜੀ ਦਾ ਪਾਠ ਆਪ ਜੀਆਂ ਨੇ ਸਰਵਣ ਕੀਤਾ ਹੈ, ਉਸ ਦੀ ਵਿਚਾਰ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਆਪ ਕਿਰਪਾ ਕਰਕੇ ਮਤ ਬੁੱਧ ਬਖਸ਼ਿਸ਼ ਕਰਕੇ ਪਾਵਨ ਪਵਿੱਤਰ ਬਾਣੀ ਦੀ ਵਿਚਾਰ ਸਤਿਗੁਰੂ ਕਰਵਾ ਲੈਣ। ਕਰੋ ਕਿਰਪਾ ਸਾਧ ਸੰਗਤ, ਮਨ ਦਾ ਟਿਕਾਓ ਇਕਾਗਰਤਾ ਦੀ ਸਾਨੂੰ ਸਤਿਗੁਰੂ ਦਾਤ ਬਖਸ਼ਿਸ਼ ਕਰਨ। ਪਿਆਰ ਸਹਿਤ ਉਚਾਰਨ ਕਰੀਏ ਜੀ। ਸਤਨਾਮ ਸ਼੍ਰੀ ਵਾਹਿਗੁਰੂ ਜੀ। ਕਰੋ ਕਿਰਪਾ। ਸਤਨਾਮ ਸ਼੍ਰੀ ਵਾਹਿਗੁਰੂ ਜੀ। ਧੰਨ ਸ਼੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ
ਕਿਰਪਾ ਕਰ ਰਹੇ ਨੇ ਅੱਜ ਦੀ ਪਾਵਨ ਪਵਿੱਤਰ ਪੌੜੀ ਵਿੱਚ ਕਿ ਹੇ ਪ੍ਰਮਾਤਮਾ ਵਾਹਿਗੁਰੂ ਪਰਮੇਸ਼ਰ ਜੀਓ, ਤੁਸੀਂ ਸਦੀਵੀ ਹੋ, ਸਦਾ ਰਹਿਣ ਵਾਲਾ ਕੇਵਲ ਪਰਮਾਤਮਾ ਹੈ ਤੇ ਉਹ ਬੇਪਰਵਾਹ ਹੈ। ਉਸ ਨੂੰ ਕਿਸੇ ਦੀ ਮੁਹਤਾਜੀ ਨਹੀਂ, ਤੇ ਜੋ ਕੁਝ ਜਗਤ ਵਿੱਚ ਪ੍ਰਭੂ ਪਰਮਾਤਮਾ ਕਰਦਾ ਹੈ ਆਪਣੀ ਮਰਜ਼ੀ ਨਾਲ ਕਰਦਾ ਹੈ, ਕਿਸੇ ਦੀ ਕੋਈ ਸਲਾਹ ਨਹੀਂ ਪਰਮਾਤਮਾ ਲੈਂਦਾ। ਤੇ ਸਾਹਿਬ ਜੀ ਕਹਿੰਦੇ ਨੇ ਉਹਦੇ ਪੈਦਾ ਕੀਤਾ ਹੋਏ ਜੀਵ ਜਿਹੜੇ ਹਨ ਪ੍ਰਭੂ ਪਰਮਾਤਮਾ ਦੇ, ਅਸੀਂ ਸਾਰੇ ਉਹਦੇ ਪੈਦਾ ਕੀਤੇ ਜੀਵ ਹਾਂ। ਤੇ ਗੁਰੂ ਨਾਨਕ ਦੇਵ ਜੀ ਕਹਿੰਦੇ ਨੇ, ਐ ਮਨੁੱਖ ਤੂੰ ਕਾਹਦਾ ਅਹੰਕਾਰ ਕਰਦਾ ਹੈ, ਕਾਹਦਾ ਮਾਣ ਕਰਦਾ ਹੈ। ਪ੍ਰਭੂ ਪਰਮਾਤਮਾ ਵਾਹਿਗੁਰੂ ਪਰਮੇਸ਼ਰ ਨੇ ਜੋ ਕੁਝ ਤੈਨੂੰ ਦਿੱਤਾ ਹੈ, ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਨੇ ਉਸ ਦੀ ਹੀ ਵਡਿਆਈ ਕਰਨੀ ਚਾਹੀਦੀ ਹੈ। ਜਿਹਦੇ ਕੋਲੋਂ ਕੁਝ ਮਿਲ ਜਾਏ, ਕੁਝ ਪ੍ਰਾਪਤ ਕਰਕੇ, ਸਤਿਗੁਰੂ ਮਹਾਰਾਜ ਜੀ ਕਹਿੰਦੇ ਨੇ ਮਾਨ ਨਾ ਕਰ, ਅਹੰਕਾਰ ਨਾ ਕਰ। ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਨੇ ਉਹਨੇ ਆਵਾ ਗਾਉਣ ਦਾ ਚੱਕਰ ਬਣਾਇਆ ਪਰਮਾਤਮਾ ਨੇ। ਤੇ ਇਹ ਜੀਵ ਤੈਨੂੰ ਪ੍ਰਭੂ ਪਰਮਾਤਮਾ ਨੇ ਸੰਸਾਰ ਵਿੱਚ ਭੇਜਿਆ ਤੇ ਉਹਦੇ ਕੋਲੋਂ ਤੂੰ ਕੁਝ ਲੈ ਕੇ ਆਇਆ। ਤੇ ਜਦੋਂ ਅਸੀਂ ਲੈ ਕੇ ਪ੍ਰਮਾਤਮਾ ਕੋਲੋਂ ਸਾਰਾ ਕੁਝ ਆਏ ਹਾਂ, ਤੇ ਫਿਰ ਕਿਹੜੀ ਚੀਜ਼ ਦਾ ਮਾਣ ਕਰੀਏ, ਕਿਹੜੀ ਚੀਜ਼ ਦਾ ਗਰਵ ਕਰੀਏ, ਕਿਹੜੀ ਚੀਜ਼ ਦਾ ਅਹੰਕਾਰ ਕਰੀਏ। ਸਤਿਗੁਰੂ ਮਹਾਰਾਜ ਕਹਿੰਦੇ ਨਾ ਦੇਹੀ ਦਾ ਮਾਣ ਕਰੀ, ਜਗਤ ਵਿੱਚ ਜੋ ਕੁਝ ਤੈਨੂੰ ਮਾਣ ਵਡਿਆਈ ਮਿਲਦੀ ਇਹਦਾ ਵੀ ਮਾਣ ਨਾ ਕਰੀ, ਕਿਉਂਕਿ ਸਾਰੀਆਂ ਰਹਿਮਤਾਂ ਉਸ ਪਰਮਾਤਮਾ ਵਾਹਿਗੁਰੂ ਦੀਆਂ ਨੇ। ਅੱਜ ਦੇ ਸ਼ਬਦ ਵਿੱਚ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਇਹ ਕਿਰਪਾ ਕੀਤੀ ਹੈ। ਤੇ ਸਾਹਿਬ ਕਹਿੰਦੇ ਨੇ ਮਨ ਪਿੱਛੇ ਤੁਰਨ ਵਾਲਾ ਜੀਵ ਜਿਹੜਾ ਹੈ ਉਹ ਹਮੇਸ਼ਾ ਆਪਣੀ ਸਾਰੀ ਜ਼ਿੰਦਗੀ ਕੁੱਪ ਹਨੇਰੇ ਅਗਿਆਨਤਾ ਦੇ ਵਿੱਚ ਬਿਤਾ ਕੇ ਇਉਂ ਚਲਿਆ ਜਾਂਦਾ ਹੈ ਜਿਵੇਂ ਕੋਈ ਜੀਵ ਜੰਗਲ ਦੇ ਵਿੱਚ ਭਟਕਿਆ ਹੋਇਆ ਹੋਵੇ ਤੇ ਉਹਨੂੰ ਰਸਤਾ ਨਾ ਲੱਭਦਾ ਹੋਵੇ। ਇਸ ਤਰ੍ਹਾਂ ਮਨ ਪਿੱਛੇ ਤੁਰਨ ਵਾਲਾ ਮਨੁੱਖ ਆਪਣੀ ਸਾਰੀ ਜ਼ਿੰਦਗੀ ਗਵਾ ਜਾਂਦਾ ਹੈ। ਅੱਜ ਦੇ ਸ਼ਬਦ ਦਾ ਇਹ ਸਮੁੱਚਾ ਭਾਵ ਹੈ। ਆਓ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚੋਂ ਹੁਣ ਅਸੀਂ ਇਸ ਦੀ ਵਿਚਾਰ ਲਵਾਂਗੇ। ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਜੀ ਮਨੁੱਖ ਨੂੰ ਸਮਝਾਉਂਦੇ ਨੇ। ਮੇਰੇ ਸਾਹਿਬ ਜੀ ਕਹਿੰਦੇ ਨੇ, ਇਹ ਜੀਵ ਨਾ ਜਾਤ ਦਾ, ਨਾ ਸਰੀਰ ਦਾ, ਨਾ ਕਾਰੋਬਾਰ ਦਾ, ਨਾ ਧਨ ਦੌਲਤ ਦਾ, ਇਹਨਾਂ ਦਾ ਗੁਮਾਨ ਨਾ ਕਦੀ ਕਰੀ, ਇਹਦਾ ਅਹੰਕਾਰ ਨਾ ਕਦੀ ਵੀ ਕਰੀ। ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਜੀ ਦੀ ਬਾਣੀ ਵਿੱਚ ਭਗਤ ਕਬੀਰ ਸਾਹਿਬ ਜੀ ਕਹਿੰਦੇ ਨੇ ਪਿਆਰਿਓ, ਬ੍ਰਾਹਮਣ ਨੂੰ ਕਹਿੰਦੇ ਨੇ ਭਗਤ ਕਬੀਰ ਸਾਹਿਬ ਜੀ ਕਹਿੰਦੇ, ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਈ ਕਿ ਇਹ ਪੰਡਤ ਜੀ, ਇਹ ਬ੍ਰਾਹਮਣ ਜੀ, ਤੁਸੀਂ ਧਾਰਮਿਕ ਬਿਰਤੀ ਦੇ ਲੋਕ। ਤੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਤੁਸੀਂ ਤੇ ਸਗੋਂ ਲੋਕਾਂ ਦੇ ਅੰਦਰੋਂ ਇਹ ਚੀਜ਼ਾਂ ਦੂਰ ਕਰਨੀਆਂ ਸੀ ਵੀ ਮਾਨ ਅਹੰਕਾਰ ਨਹੀਂ ਕਰੀਦਾ। ਪਰ ਕਬੀਰ ਸਾਹਿਬ ਕਹਿੰਦੇ ਮੈਂ ਹੈਰਾਨ ਹਾਂ ਕਿ ਸਭ ਤੋਂ ਵੱਡਾ ਹੰਕਾਰੀ ਪੰਡਤ ਜੀ ਤੂੰ ਆਪ ਹੀ ਬਣਿਆ ਬੈਠਾ ਹੈ। ਸਾਨੂੰ ਸ਼ੂਦਰ ਕਹਿ ਕੇ, ਸਾਨੂੰ ਨੀਚ ਕਹਿ ਕੇ ਤੇ ਤੁਸੀਂ ਦਰਕਾਰ ਦੇ ਪਏ ਹੋ। ਤੇ ਕਬੀਰ ਸਾਹਿਬ ਕਹਿੰਦੇ ਮੈਂ ਹੈਰਾਨ ਹਾਂ ਜਦੋਂ ਪ੍ਰਭੂ ਪਰਮਾਤਮਾ ਨੇ ਕਿਰਪਾ ਕਰ ਦਿੱਤੀ ਤੇ ਸਮਝ ਆਈ। ਕਹਿੰਦੇ ਮੈਨੂੰ ਤਾਂ ਹੁਣ ਇਹ ਸਮਝ ਆ ਗਈ ਕਿ ਸਾਰੇ ਪੈਦਾ ਹੀ ਕੀਤੇ ਅਸੀਂ ਪਰਮਾਤਮਾ ਦੇ ਜੀਵ ਹਾਂ। ਫਿਰ ਤੇਰੇ ਵਿੱਚ ਤੇ ਮੇਰੇ ਵਿੱਚ ਅੰਤਰ ਕਿਹੜੀ ਗੱਲ ਦਾ ਹੈ ਜਿਹੜਾ ਤੂੰ ਸਾਡੇ ਨਾਲ ਨਫ਼ਰਤ ਕਰਦਾ ਹੈ, ਜਿਹੜਾ ਤੂੰ ਸਾਨੂੰ ਨਫ਼ਰਤ ਦੀ ਅੱਖ ਨਾਲ ਵੇਖਦਾ ਹੈ। ਭਗਤ ਕਬੀਰ ਸਾਹਿਬ ਜੀ ਕਹਿੰਦੇ ਨੇ ਤੇਰੇ ਵਿੱਚ ਤੇ ਮੇਰੇ ਵਿੱਚ ਅੰਤਰ ਕਿਹੜੀ ਚੀਜ਼ ਦਾ, ਮੈਨੂੰ ਇਸ ਗੱਲ ਦੀ ਸਮਝ ਨਹੀਂ ਆਈ। ਬੜੇ ਪਿਆਰੇ ਇਹਨਾਂ ਦੇ ਬਚਨ ਨੇ। ਇੱਕ ਤਾਂ ਸ਼ਬਦ ਉਹਨਾਂ ਦਾ ਇਹ ਹੈ ਕਿ ਅਵਲ ਅੱਲਾਹ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਾ, ਕੌਣ ਭਲੇ ਕੋ ਮੰਦੇ। ਇੱਕ ਤਾਂ ਸ਼ਬਦ ਉਹਨਾਂ ਦਾ ਇਹ ਹੈ ਜਿਹੜਾ ਇਸ ਗੱਲ ਦੀ ਝਲਕ ਦਿੰਦਾ ਹੈ ਕਿ ਸਾਰਿਆਂ ਵਿੱਚ ਪ੍ਰਭੂ ਦੀ ਜੋਤ ਟਿਕੀ ਹੋਈ, ਇਸ ਕਰਕੇ ਕਿਹਨੂੰ ਚੰਗਾ ਤੇ ਕਿਹਨੂੰ ਮਾੜਾ ਕਹੀਏ। ਦੂਜਾ ਭਗਤ ਕਬੀਰ ਸਾਹਿਬ ਨੇ ਸ਼ਬਦ ਕਿਹਾ, ਕਹਿ ਲੱਗੇ ਕਹੋ ਰੇ ਪੰਡਤ ਬਾਹਮਣ ਕਬ ਕੇ ਹੋਏ। ਕਦੋਂ ਕਦੇ ਬ੍ਰਾਹਮਣ ਤੁਸੀਂ ਬਣੇ ਹੋ। ਕਹੋ ਰੇ ਪੰਡਤ ਬਾਹਮਣ ਕਬ ਕੇ ਹੋਏ, ਬਾਹਮਣ ਕਹਿ ਜਨਮ ਮਤ ਖੋਏ। ਇਹਦਾ ਮਤਲਬ ਭਗਤ ਕਬੀਰ ਸਾਹਿਬ ਜੀ ਕਹਿੰਦੇ ਤੂੰ ਆਪਣੇ ਆਪ ਨੂੰ ਬ੍ਰਾਹਮਣ ਕਹਿ ਕੇ ਜੇ ਰੱਬ ਨੇ ਤੈਨੂੰ ਵਡਿਆਈ ਦਿੱਤੀ ਇਸ ਗੱਲ ਦੀ ਕਿ ਤੇਰੇ ਕੋਲੇ ਵਿਦਿਆ ਹੈ, ਤੇਰੇ ਕੋਲੇ ਗਿਆਨ ਹੈ, ਤੇਰੇ ਕੋਲੇ ਸੂਝ-ਬੂਝ ਹੈ, ਤੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਇਸ ਵਿਦਿਆ ਦਾ ਮਾਨ ਨਾ ਕਰ, ਸਗੋਂ ਸਾਨੂੰ ਵੀ ਉਸ ਵਿਦਿਆ ਰਾਹੀਂ ਸਮਝਾ ਜੇ ਤੈਨੂੰ ਕੋਈ ਸਮਝ ਆ ਗਈ ਹੈ। ਕਹੋ ਰੇ ਪੰਡਤ ਬਾਹਮਣ ਕਬ ਕੇ ਹੋਏ, ਬਾਹਮਣ ਕਹਿ ਜਨਮ ਮਤ ਖੋਏ। ਕਹਿੰਦੇ ਤੁਮ ਕਤ ਬ੍ਰਾਹਮਣ ਹਮ ਕਤ ਸੂਦ, ਤੁਸੀਂ ਸਾਨੂੰ ਕਹਿੰਦੇ ਹੋ ਸ਼ੂਦਰ ਤੇ ਆਪਣੇ ਆਪ ਨੂੰ ਤੁਸੀਂ ਬ੍ਰਾਹਮਣ ਕਹਿੰਦੇ ਹੋ। ਇਹਦੇ ਵਿੱਚ ਬ੍ਰਾਹਮਣ ਦੇ ਅਹੰਕਾਰ ਦੀ ਜੋ ਝਲਕ ਪੈਂਦੀ ਹੈ ਭਗਤ ਕਬੀਰ ਸਾਹਿਬ ਉਹ ਦੱਸਦੇ ਪਏ ਨੇ ਕਿ ਪੰਡਤ ਹੰਕਾਰੀ ਹੋਇਆ ਬੈਠਾ ਹੈ, ਉਹ ਚਾਰ ਸ਼੍ਰੇਣੀਆਂ ਵਿੱਚ ਮਨੁੱਖ ਨੂੰ ਵੰਡ ਦਿੱਤਾ ਹੈ। ਤੇ ਕਹਿੰਦਾ ਅਸੀਂ ਬ੍ਰਹਮਾ ਦੇ ਮੂੰਹ ਵਿੱਚੋਂ ਪੈਦਾ ਹੋਏ ਹਾਂ, ਤੇ ਬਾਕੀ ਜਿਹੜੇ ਨੇ ਕਿਸੇ ਨੂੰ ਕਹਿੰਦਾ ਉਹ ਪੇਟ 'ਚੋਂ ਪੈਦਾ ਹੋਇਆ, ਕਿਸੇ ਨੂੰ ਕਹਿੰਦਾ ਬਾਹਾਂ 'ਚੋਂ ਪੈਦਾ ਹੋਇਆ, ਕਿਸੇ ਨੂੰ ਕਹਿੰਦਾ ਪੱਟਾਂ 'ਚੋਂ ਪੈਦਾ ਹੋਇਆ।
ਤੇ ਸ਼ੂਦਰ ਨੂੰ ਕਹਿੰਦਾ ਤੂੰ ਪੈਰਾਂ 'ਚੋਂ ਪੈਦਾ ਹੋਇਆ। ਭਗਤ ਕਬੀਰ ਸਾਹਿਬ ਜੀ ਕਹਿੰਦੇ ਕਿਉਂ ਮਨੁੱਖਤਾ ਦੇ ਨਾਲ ਬੇਇਨਸਾਫੀ ਕਰਦੇ ਹੋ। ਉੱਥੇ ਭਗਤ ਕਬੀਰ ਸਾਹਿਬ ਜੀ ਨੇ ਕਿਹਾ, ਕਹਿਣ ਲੱਗੇ ਤੁਮ ਕਤ ਬ੍ਰਾਹਮਣ ਹਮ ਕਤ ਸੂਦ, ਹਮ ਕਤ ਲਹੂ ਤੁਮ ਕਤ ਦੂਧ। ਵੀ ਜੇ ਆਪਣੇ ਦੋਨਾਂ ਦੇ ਸਰੀਰ ਦੇ ਆਪਾਂ ਕੋਈ ਚੋਟ ਮਾਰੀਏ, ਸੱਟ ਲਾਈਏ, ਕੋਈ ਸਰੀਰ ਦਾ ਅੰਗ ਕੱਟੀਏ, ਉਹਦੇ ਵਿੱਚੋਂ ਜਿਹੜੀ ਖੂਨ ਦੀ ਧਾਰਾ ਵਹੇਗੀ ਉਹ ਤੇਰੇ ਵਿੱਚੋਂ ਵੀ ਖੂਨ ਉਹੀ ਨਿਕਲਣਾ, ਮੇਰੇ ਵਿੱਚੋਂ ਵੀ ਉਹੀ ਨਿਕਲਣਾ। ਫਿਰ ਕਿਹੜੀ ਗੱਲ ਦਾ ਅੰਤਰ ਹੈ, ਫਰਕ ਕਿਹੜੀ ਗੱਲ ਦਾ ਜਿਹੜਾ ਸਾਡੇ ਵਿੱਚ ਤੇ ਆਪਣੇ ਵਿੱਚ ਤੂੰ ਪਾਇਆ। ਇਹਦਾ ਮਤਲਬ ਹੈ ਭਗਤ ਕਬੀਰ ਸਾਹਿਬ ਜੀ ਉਸ ਪੰਡਿਤ ਬ੍ਰਾਹਮਣ ਨੂੰ ਕਹਿੰਦੇ ਨੇ ਕਿ ਅਹੰਕਾਰ ਨਹੀਂ ਕਰੀਦਾ, ਗਰਵ ਨਹੀਂ ਕਰੀਦਾ। ਜੇ ਵਾਹਿਗੁਰੂ ਪ੍ਰਮਾਤਮਾ ਨੇ ਤੈਨੂੰ ਵਿੱਦਿਆ ਦਿੱਤੀ ਹੈ ਤੇ ਉਹਦਾ ਅਹੰਕਾਰ ਨਾ ਕਰ। ਸਤਿਗੁਰੂ ਦੀ ਬਾਣੀ ਕਹਿੰਦੀ ਜਾਤ ਕਾ ਗਰਬ ਨਾ ਕਰ ਮੂਰਖ ਗਵਾਰਾ। ਸਾਹਿਬ ਜੀ ਕਹਿੰਦੇ ਆ ਮੂਰਖ ਹੈ ਗਵਾਰ ਝੱਲੇ ਜੀਵ, ਆਪਣੀ ਜਾਤ ਦਾ ਕਦੀ ਮਹਿਮਾਨ ਅਹੰਕਾਰ ਨਾ ਕਰੀਏ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਬਾਣੀ ਵਿੱਚ ਮੇਰੇ ਗਰੀਬ ਨਵਾਜ ਪਾਤਸ਼ਾਹ ਕਹਿੰਦੇ ਹਰਜੂ ਹੰਕਾਰ ਨਾ ਭਾਵਈ ਵੇਦ ਕੂਕ ਸਮਾਨਾਵੇ। ਕਿ ਪ੍ਰਭੂ ਪਰਮਾਤਮਾ ਦੇ ਪਿਆਰੇ ਕਹਿੰਦੇ ਨੇ, ਇਹ ਧਾਰਮਿਕ ਗ੍ਰੰਥ ਵੀ ਕਹਿੰਦੇ ਨੇ ਕਿ ਭਾਈ ਪ੍ਰਭੂ ਨੂੰ ਹੰਕਾਰ ਹਉਮੈ ਨਹੀਂ ਪਾਉਂਦੀ। ਜਿਸ ਵੇਲੇ ਗੁਰੂ ਅਰਜਨ ਦੇਵ ਮਹਾਰਾਜ ਜੀ ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਸਰੂਪ ਤਿਆਰ ਕਰਵਾਉਣ ਲੱਗੇ, ਸੰਪਾਦਨਾ ਭਾਈ ਸਾਹਿਬ ਭਾਈ ਗੁਰਦਾਸ ਜੀ ਕੋਲੋਂ ਗੁਰੂ ਅਰਜਨ ਦੇਵ ਮਹਾਰਾਜ ਜੀ ਸਰੂਪ ਲਿਖਾਉਣ ਲੱਗੇ ਤੇ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਦੂਰ ਦਰਾਡਿਆਂ ਤੇ ਸੁਨੇਹੇ ਭੇਜ ਦਿੱਤੇ ਕਿ ਭਾਈ ਸਾਡੇ ਕੋਲੇ ਬਾਣੀ ਤਾਂ ਗੁਰੂ ਸਾਹਿਬਾਨਾਂ ਦੀ ਭਗਤਾਂ ਦੀ ਹੈ, ਪਰ ਫਿਰ ਵੀ ਜੇ ਕਿਸੇ ਦੇ ਕੋਲੇ ਕੋਈ ਗੁਰੂ ਸਾਹਿਬਾਨਾਂ ਦਾ ਜਾਂ ਕਿਸੇ ਭਗਤ ਦੀ ਪਈ ਮਿਲਦੀ ਹੋਈ ਪ੍ਰਭੂ ਪਰਮਾਤਮਾ ਦੀ ਵਡਿਆਈ ਨਾਲ ਬਾਣੀ ਹੋਵੇ, ਉਹ ਆ ਸਕਦਾ ਇਸ ਗ੍ਰੰਥ ਵਿੱਚ, ਉਹਦਾ ਵੀ ਨਾਮ, ਉਹਦੀ ਵੀ ਬਾਣੀ ਦਰਜ ਹੋ ਸਕਦੀ ਹੈ। ਮੇਰਾ ਜਿਹੜਾ ਵਿਸ਼ਾ ਹੈ ਉਹ ਕੇਵਲ ਅਹੰਕਾਰ ਹਉਮੈ ਗਰਭ ਦੇ ਉੱਤੇ ਟਿਕਿਆ ਹੋਇਆ, ਜਿਹੜੀ ਆਪਣੀ ਅੱਜ ਦੀ ਵਿਚਾਰ ਚੱਲ ਰਹੀ ਹੈ। ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਇਹ ਸੁਨੇਹਾ ਦੂਰ ਦੂਰ ਪਹੁੰਚਿਆ ਤੇ ਲਾਹੌਰ ਤੋਂ 4 ਭਗਤ ਚੱਲ ਕੇ ਆਏ, ਕਾਨਾ, ਪੀਲੂ, ਛੱਜੂ ਤੇ ਸ਼ਾਹ ਹੁਸੈਨ। ਮੈਂ ਕੇਵਲ ਕਾਨੇ ਦਾ ਜ਼ਿਕਰ ਕਰਨਾ ਕਿਉਂਕਿ ਉਹਦਾ ਪ੍ਰਕਰਨ ਦੇ ਨਾਲ ਸੰਬੰਧਿਤ ਗੱਲ ਹੈ ਕਾਨੇ ਦੀ। ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਕੋਲੇ ਕਾਨਾ ਆ ਕੇ ਕਹਿੰਦਾ, ਮਹਾਰਾਜ ਪਹਿਲਿਆਂ ਹੋ ਚੁੱਕਿਆ ਭਗਤਾਂ ਦੀ ਤੁਸੀਂ ਬਾਣੀ ਦਰਜ ਕਰਨ ਲੱਗੇ ਹੋ ਤੇ ਮਹਾਰਾਜ ਮੇਰੀ ਬਾਣੀ ਵੀ ਦਰਜ ਕਰੋ। ਤੇ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਕਿਉਂ ਨਹੀਂ ਕਰਾਂਗੇ, ਪਰ ਅਸੀਂ ਉਸ ਬਾਣੀ ਨੂੰ ਪਹਿਲਾਂ ਸੁਣਾਂਗੇ, ਵਿਚਾਰਾਂਗੇ। ਜੇ ਤੇਰੀ ਬਾਣੀ ਇਸ ਬਾਣੀ ਦੇ ਨਾਲ, ਜੋ ਰੱਬੀ ਬਾਣੀ ਸਾਡੇ ਕੋਲੇ ਹੈ ਗੁਰੂ ਸਾਹਿਬਾਨਾਂ ਦੀ ਭਗਤਾਂ ਦੀ, ਜੇ ਇਹਦੇ ਨਾਲ ਤੇਰੇ ਸ਼ਬਦ ਮੇਲ ਖਾ ਗਏ ਤੇ ਜ਼ਰੂਰ ਦਰਜ ਕਰ ਲਵਾਂਗੇ। ਸ੍ਰੀ ਗੁਰੂ ਅਰਜਨ ਦੇਵ ਜੀ ਕਾਨੇ ਨੂੰ ਕਹਿੰਦੇ ਨੇ, ਕਹਿੰਦੇ ਸੁਣਾਓ ਤੁਸੀਂ ਜਿਹੜੀ ਬਾਣੀ ਕਹਿੰਦੇ ਹੋ ਉਹ ਬਾਣੀ ਕਿਹੜੀ, ਉਹਦੇ ਕੋਈ ਸ਼ਬਦ ਸੁਣਾਓ ਸਾਨੂੰ ਇੱਕ ਅੱਧਾ। ਤੇ ਸਭ ਤੋਂ ਪਹਿਲਾਂ ਜਿਹੜਾ ਸ਼ਬਦ ਸੁਣਾਇਆ ਕਾਨੇ ਨੇ ਉਹ ਸ਼ਬਦ ਇਹ ਸੀ, ਮੈਂ ਉਹੀ ਰੇ, ਮੈਂ ਉਹੀ ਰੇ, ਜਾਂ ਕੋ ਵੇਦ ਪੁਰਾਨਾ ਖੋਜੈ ਭੇਦ ਨਾ ਜਾਣੋ ਕੋਈ ਰੇ। ਹੁਣ ਇਹਦੇ ਵਿੱਚੋਂ ਅਹੰਕਾਰ ਝਲਕਦਾ ਸੀ, ਇਹਦੇ ਵਿੱਚੋਂ ਹਉਮੈ ਝਲਕ ਮਾਰਦੀ ਸੀ ਕਿ ਮੈਂ ਉਹ ਹਾਂ ਜਿਹਨੂੰ ਵੇਦ ਪੁਰਾਣ ਵੀ ਅੱਜ ਤੱਕ ਖੋਜਦੇ ਰਹੇ ਤੇ ਨਹੀਂ ਲੱਭ ਸਕੇ, ਮੈਂ ਉਹ ਹਾਂ। ਇਹਦੇ ਵਿੱਚ ਸਿੱਧੀ ਦੀ ਸਿੱਧੀ ਹਉਮੈ ਨਜ਼ਰ ਆਉਂਦੀ ਹੈ। ਸ੍ਰੀ ਗੁਰੂ ਅਰਜਨ ਦੇਵ ਜੀ ਕਹਿੰਦੇ ਭਈ ਕਾਨਿਆ ਤੇਰੀ ਬਾਣੀ ਨਹੀਂ ਦਰਜ ਹੋ ਸਕਦੀ। ਮਹਾਰਾਜ ਕਿਉਂ? ਸਾਹਿਬ ਜੀ ਕਹਿੰਦੇ ਇੱਥੇ ਤਾਂ ਅਸੀਂ ਇਹ ਸ਼ਬਦ ਲਿਖਣੇ ਹਨ ਕਿ ਹਰਜੂ ਹੰਕਾਰ ਨਾ ਭਾਵਈ ਵੇਦ ਕੂਕ ਸੁਨਾਵੇ। ਇੱਥੇ ਤਾਂ ਇਹ ਸ਼ਬਦ ਲਿਖੇ ਹਨ ਕਿ ਹਉ ਆਪੋਂ ਬੋਲ ਨਾ ਜਾਣਦਾ ਮੈਂ ਕਹਿਆ ਸਭ ਹੁਕਮਾਓ ਜੀਵ। ਇੱਥੇ ਤਾਂ ਨਾਨਕ ਨੀਚ ਕਹਿ ਵਿਚਾਰ ਸ਼ਬਦ ਆਉਣੇ ਆ, ਪਰ ਤੂੰ ਕਹਿੰਦਾ ਮੈਂ ਉਹ ਆ ਕਿ ਜਿਹਨੂੰ ਅਜੇ ਤੱਕ ਵੇਦ ਪੁਰਾਣ ਨਹੀਂ ਖੋਜ ਸਕੇ। ਸਤਿਗੁਰੂ ਕਹਿੰਦੇ ਇਹਦੇ ਵਿੱਚੋਂ ਹਉਮੈ ਝਲਕਦੀ ਹੈ, ਇਸ ਕਰਕੇ ਇਸ ਨੂੰ ਦਰਜ ਨਹੀਂ ਕਰ ਸਕਦੇ। ਗੁਰੂ ਅਰਜਨ ਦੇਵ ਜੀ ਨੇ ਕਾਨੇ ਦੇ ਸ਼ਬਦਾਂ ਨੂੰ ਇਸ ਕਰਕੇ ਗੁਰੂ ਗ੍ਰੰਥ ਸਾਹਿਬ ਵਿੱਚ ਥਾਂ ਨਹੀਂ ਦਿੱਤੀ ਕਿਉਂਕਿ ਉਹਦੇ ਵਿੱਚੋਂ ਹਉਮੈ ਹੰਕਾਰ ਝਲਕਦਾ ਸੀ। ਸਤਿਗੁਰੂ ਸ੍ਰੀ ਗੁਰੂ ਹਰਿਕ੍ਰਿਸ਼ਨ ਮਹਾਰਾਜ ਜੀ, ਕਿਉਂਕਿ ਜਦੋਂ ਕੋਈ ਪ੍ਰਕਰਨ ਚੱਲਦਾ ਹੋਵੇ ਮੈਂ ਜ਼ਿਆਦਾ ਸਾਖੀ ਨੂੰ ਲਮਕਾਉਂਦਾ ਨਹੀਂ ਹੁੰਦਾ, ਕੇਵਲ ਮੈਂ ਪ੍ਰਮਾਣ ਦੇ ਕੇ ਅੱਗੇ ਤੁਰ ਜਾਣਾ ਹੁੰਦਾ ਹੈ। ਸ੍ਰੀ ਗੁਰੂ ਹਰਿਕ੍ਰਿਸ਼ਨ ਮਹਾਰਾਜ ਜੀ ਜਦੋਂ ਦਿੱਲੀ ਨੂੰ ਜਾਂਦੇ ਨੇ ਤੇ ਪੰਜੋਖਰੇ ਸ਼ਹਿਰ ਸਤਿਗੁਰੂ ਟਿਕਦੇ ਨੇ। ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਮਹਾਰਾਜ ਜੀ ਦਾ ਉੱਥੇ ਉਤਾਰਾ ਹੋਇਆ। ਲਾਲ ਚੰਦ ਬ੍ਰਾਹਮਣ ਜੀ ਦੇ ਕੋਲੇ ਵਿਦਿਆ ਬਹੁਤ ਸੀ, ਪਰ ਅੰਦਰ ਅਹੰਕਾਰ ਹੈ, ਅੰਦਰ ਗਰਭ ਹੈ, ਅੰਦਰ ਹਉਮੈ ਹੈ। ਤੇ ਉਸ ਹੰਕਾਰ ਭਰੇ ਲਾਲ ਚੰਦ ਬ੍ਰਾਹਮਣ ਨੇ ਕਹਿ ਦਿੱਤਾ, ਕਹਿਣ ਲੱਗੇ ਵੀ ਇਹ ਕੌਣ ਨੇ ਛੋਟੀ ਜਿਹੀ ਉਮਰ ਵਿੱਚ ਏਡੀ ਵੱਡੀ ਪਾਲਕੀ, ਇੰਨੀ ਮਗਰ ਸੰਗਤ ਚੌਰ ਝੁਲਦਾ ਹੈ, ਤੇ ਕੌਣ ਨੇ? ਕਹਿਣ ਲੱਗੇ ਜੀ ਇਹ ਸ੍ਰੀ ਗੁਰੂ ਹਰਿਕ੍ਰਿਸ਼ਨ ਮਹਾਰਾਜ ਜੀ ਹਨ। ਤੇ ਨਾਂ ਸੁਣ ਕੇ ਇੱਕਦਮ ਕਹਿਣ ਲੱਗਾ ਛੋਟੀ ਜਿਹੀ ਉਮਰ ਤੇ ਏਡਾ ਵੱਡਾ ਨਾਂ, ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਮਹਾਰਾਜ। ਕਹਿਣ ਲੱਗੇ ਕਿ ਸ਼੍ਰੀ ਕ੍ਰਿਸ਼ਨ ਤਾਂ ਮੈਂ ਸੁਣੇ ਹੋਏ। ਕਹਿਣ ਲੱਗੇ ਕਿ ਇਹਨਾਂ ਨੂੰ ਗੀਤਾ ਦੇ ਬਾਰੇ ਕੋਈ ਸਮਝ ਹੈ, ਗੀਤਾ ਬਾਰੇ ਕੋਈ ਜਾਣਕਾਰੀ ਹੈ, ਗੀਤਾ ਦਾ ਪਾਠ, ਗੀਤਾ ਦੇ ਸ਼ਬਦਾਂ ਦੇ ਅਰਥ ਕਰ ਸਕਦੇ ਨੇ? ਇਹ ਗੱਲ ਗੁਰੂ ਹਰਿਕ੍ਰਿਸ਼ਨ ਮਹਾਰਾਜ ਜੀ ਦੇ ਕੰਨਾਂ ਵਿੱਚ ਪਈ
ਮੇਰੇ ਸਾਹਿਬ ਨੇ ਉੱਥੇ ਉਤਾਰਾ ਕਰਨ ਤੋਂ ਬਾਅਦ ਕਹਿ ਦਿੱਤਾ, ਧੰਨ ਸ਼੍ਰੀ ਗੁਰੂ ਹਰਿਕ੍ਰਿਸ਼ਨ ਮਹਾਰਾਜ ਜੀ ਕਹਿੰਦੇ ਭਈ ਜੇ ਕੋਈ ਇਸ ਤਰ੍ਹਾਂ ਦਾ ਮਨ ਵਿੱਚ ਭਰਮ ਪਾਲ ਕੇ ਬੈਠਾ ਹੈ ਤੇ ਗੁਰੂ ਹਰਿਕ੍ਰਿਸ਼ਨ ਮਹਾਰਾਜ ਜੀ ਕਹਿੰਦੇ ਫਿਰ ਗੁਰੂ ਤਾਂ ਉਹਨੂੰ ਕਹਿੰਦੇ ਨੇ ਨਾ ਕਿ ਜਿਸ ਮਿਲਿਆ ਮਨ ਹੋਏ ਆਨੰਦ ਸੋ ਸਤਿਗੁਰ ਕਹੀਏ, ਮਨ ਕੀ ਦੁਬਿਧਾ ਬਿਨ ਸਜਾਏ ਹਰ ਪਰਮ ਪਦ ਲਈਏ। ਭਈ ਜਿਹੜਾ ਅੰਦਰ ਦੀਆਂ ਦੁਬਿਧਾਵਾਂ ਨੂੰ ਖਤਮ ਕਰ ਦੇਵੇ ਗੁਰੂ ਤਾਂ ਉਹਨੂੰ ਹੀ ਕਹਿੰਦੇ ਨੇ। ਪੰਡਿਤ ਲਾਲ ਚੰਦ ਦੇ ਮਨ ਦਾ ਹੰਕਾਰ ਗੁਰੂ ਸਭ ਤੋੜਨ ਵਾਸਤੇ ਕਹਿ ਲਓ, ਆਪ ਹੀ ਬਿੱਦ ਬਣਾ ਲਈ ਗੁਰੂ ਹਰਿਕ੍ਰਿਸ਼ਨ ਮਹਾਰਾਜ ਜੀ ਨੇ। ਸਾਹਿਬ ਕਹਿਣ ਲੱਗੇ ਬੁਲਾ ਲਓ ਉਸ ਪੰਡਿਤ ਨੂੰ, ਬ੍ਰਾਹਮਣ ਨੂੰ ਬੁਲਾਓ। ਦਰਬਾਰ ਵਿੱਚ ਬੁਲਾਇਆ ਗਿਆ। ਉਸ ਹੰਕਾਰੀ ਨੇ ਗੁਰੂ ਹਰਿਕ੍ਰਿਸ਼ਨ ਮਹਾਰਾਜ ਜੀ ਨੂੰ ਆ ਕੇ ਮੱਥਾ ਨਹੀਂ ਟੇਕਿਆ, ਕਿਉਂਕਿ ਉਹ ਸਮਝਦਾ ਕਿ ਮੈਂ ਏਡਾ ਵੱਡਾ ਵਿਦਵਾਨ, ਏਡੀ ਮੇਰੀ ਜਿਹੜੀ ਉਮਰ, ਤੇ ਮੈਂ ਇੱਕ ਛੋਟੇ ਜਿਹੇ ਬੱਚੇ ਨੂੰ ਮੱਥਾ ਟੇਕਾਂ, ਇਹਦੇ ਵਿੱਚ ਮੇਰੀ ਹੱਤਕ ਹੋਏਗੀ, ਇਹਦੇ ਵਿੱਚ ਮੇਰੀ ਹਾਨੀ ਹੈ। ਧੰਨ ਸ਼੍ਰੀ ਗੁਰੂ ਹਰਿਕ੍ਰਿਸ਼ਨ ਮਹਾਰਾਜ ਜੀ ਨੇ ਪੰਡਿਤ ਲਾਲ ਚੰਦ ਨੂੰ ਬੜੇ ਪਿਆਰ ਨਾਲ ਕੋਲ ਬਿਠਾਇਆ ਤੇ ਸਾਹਿਬ ਜੀ ਕਹਿੰਦੇ ਪੰਡਿਤ ਲਾਲ ਚੰਦ ਨੂੰ, ਪੰਡਿਤ ਜੀ ਤੁਸੀਂ ਕੋਈ ਸਵਾਲ ਆਪਣਾ ਲੈ ਕੇ ਆਇਓ, ਕੀ ਤੁਹਾਡਾ ਸਵਾਲ ਹੈ? ਤੇ ਪੰਡਿਤ ਲਾਲ ਚੰਦ ਕਹਿੰਦਾ, ਮਹਾਰਾਜ ਤੁਹਾਡਾ ਵੀ ਨਾਂ ਕ੍ਰਿਸ਼ਨ ਹੈ ਤੇ ਇੱਕ ਉਹ ਵੀ ਕ੍ਰਿਸ਼ਨ ਹੈ ਜਿਸ ਕ੍ਰਿਸ਼ਨ ਨੇ ਗੀਤਾ ਰਚੀ, ਮੈਂ ਉਸ ਗੀਤਾ ਦੇ ਅਰਥ ਤੁਹਾਡੇ ਕੋਲੋਂ ਜਾਣਨਾ ਚਾਹੁੰਦਾ। ਤੇ ਸ਼੍ਰੀ ਗੁਰੂ ਹਰਿਕ੍ਰਿਸ਼ਨ ਮਹਾਰਾਜ ਜੀ ਹੁਣ ਇਸ ਪੰਡਿਤ ਦਾ ਅਹੰਕਾਰ, ਇਹਦੀ ਹਉਮੈ, ਇਹਦਾ ਗਰਭ ਤੋੜਨ ਲੱਗੇ ਨੇ। ਤੇ ਗੁਰੂ ਹਰਿਕ੍ਰਿਸ਼ਨ ਮਹਾਰਾਜ ਜੀ ਕਹਿੰਦੇ ਜੇ ਪੰਡਿਤ ਲਾਲ ਚੰਦ ਜੀ ਅਸੀਂ ਅਰਥ ਕਰ ਦਿੱਤੇ ਗੀਤਾ ਦੇ ਤੇ ਹੋ ਸਕਦਾ ਤੁਹਾਡੀ ਦੁਬਿਧਾ ਬਣੀ ਰਵੇ ਉਸੇ ਤਰ੍ਹਾਂ ਹੀ, ਤਾਂ ਬਣੀ ਰਹਿਣੀ ਹੈ ਕਿਉਂਕਿ ਤੁਸੀਂ ਕਹੋਗੇ ਵੀ ਗੁਰੂ ਹੈ, ਹੋ ਸਕਦਾ ਆਤਮਿਕ ਸ਼ਕਤੀ ਨਾਲ ਅਰਥ ਕਰ ਦਿੱਤੇ। ਜੇ ਅਸੀਂ ਆਪਣੀ ਮਰਜ਼ੀ ਨਾਲ ਕਿਸੇ ਨੂੰ ਆਵਾਜ਼ ਮਾਰ ਕੇ ਸੰਗਤ ਵਿੱਚੋਂ ਕਿਹਾ, ਆਪਣੀ ਮਰਜ਼ੀ ਨਾਲ ਉਠਾਇਆ ਕਿਸੇ ਨੂੰ ਵੀ ਆ ਸਿੱਖਾ ਉੱਠ ਕੇ ਇਸ ਗੀਤਾ ਦੇ ਅਰਥ ਕਰਕੇ ਸੁਣਾ, ਤੇਰੇ ਮਨ ਦੀ ਦੁਬਿਧਾ ਤਾਂ ਵੀ ਨਹੀਂ ਜਾਣੀ। ਤੂੰ ਕਹਿਣਾ ਹੋ ਸਕਦਾ ਗੁਰੂ ਹਰਿਕ੍ਰਿਸ਼ਨ ਮਹਾਰਾਜ ਜੀ ਨੇ ਆਵਾਜ਼ ਹੀ ਉਸ ਸਿੱਖ ਨੂੰ ਮਾਰੀ ਹੋਵੇਗੀ ਜਿਹੜੇ ਸਿੱਖ ਨੇ ਕਿਸੇ ਬ੍ਰਾਹਮਣ ਦੇ ਕੋਲੋਂ ਵਿਦਿਆ ਲਈ ਹੋਵੇਗੀ। ਪੰਡਿਤ ਜੀ ਇਹ ਦੋ ਗੱਲਾਂ ਜੇ ਅਸੀਂ ਕਰ ਦਿੱਤੀਆਂ ਤੁਹਾਡੀ ਦੁਬਿਧਾ ਨਹੀਂ ਜਾਣੀ। ਤੁਸੀਂ ਇੰਝ ਕਰੋ ਕਿ ਆਪਣੀ ਮਰਜ਼ੀ ਦਾ ਕੋਈ ਵਿਅਕਤੀ ਲੈ ਆਵੋ, ਆਪਣੀ ਮਰਜ਼ੀ ਦਾ ਜਿਹੜਾ ਵੀ ਕੋਈ ਮਨੁੱਖ ਲੈ ਆਵੋਗੇ। ਗੁਰੂ ਹਰਿਕ੍ਰਿਸ਼ਨ ਮਹਾਰਾਜ ਜੀ ਕਹਿੰਦੇ ਧੰਨ ਗੁਰੂ ਨਾਨਕ ਸਾਹਿਬ, ਆਪਣੇ ਆਪ ਨੂੰ ਨਹੀਂ ਕਹਿੰਦੇ ਵੀ ਮੈਂ ਅਰਥ ਕਰਵਾ ਦੂੰ। ਗੁਰੂ ਹਰਿਕ੍ਰਿਸ਼ਨ ਮਹਾਰਾਜ ਜੀ ਕਹਿੰਦੇ ਸਾਡੇ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕਿਰਪਾ ਕਰਨਗੇ, ਉਹ ਗੀਤਾ ਦੇ ਅਰਥ ਕਰ ਦੇਗਾ, ਤੁਸੀਂ ਆਪਣੀ ਮਰਜ਼ੀ ਨਾਲ ਲਿਆਵੋ। ਪੰਡਿਤ ਲਾਲ ਚੰਦ ਨੇ ਵੇਖਿਆ ਕਿ ਮੌਕਾ ਬੜਾ ਵਧੀਆ ਮਿਲਿਆ। ਉਹਨੇ ਆਪਣੇ ਨਗਰ ਵਿੱਚੋਂ ਇੱਕ ਉਹ ਮਨੁੱਖ ਲਿਆਂਦਾ ਜਿਹੜਾ ਨਾ ਬੋਲ ਸਕਦਾ ਨਾ ਸੁਣ ਸਕਦਾ, ਦਿਮਾਗੀ ਹਾਲਤ ਵੀ ਠੀਕ ਨਹੀਂ। ਉਹਦਾ ਨਾਮ ਹੈ ਛੱਜੂ ਝੀਵਰ। ਗੁਰੂ ਹਰਿਕ੍ਰਿਸ਼ਨ ਮਹਾਰਾਜ ਜੀ ਦੇ ਚਰਨਾਂ ਵਿੱਚ ਲਿਆਂਦਾ। ਛੱਜੂ ਝੀਵਰ ਨੂੰ ਲਿਆ ਕੇ ਗੁਰੂ ਮਹਾਰਾਜ ਜੀ ਦੇ ਚਰਨਾਂ ਵਿੱਚ ਬਿਠਾ ਕੇ ਪੰਡਿਤ ਲਾਲ ਚੰਦ ਕਹਿੰਦਾ, ਮਹਾਰਾਜ ਐਸ ਬੰਦੇ ਦੇ ਕੋਲੋਂ ਜੇ ਤੁਸੀਂ ਗੀਤਾ ਦੇ ਅਰਥ ਕਰਵਾ ਦਿਓ ਤਾਂ ਮੇਰੀ ਤਸੱਲੀ ਹੋ ਜਾਏਗੀ। ਸ਼੍ਰੀ ਗੁਰੂ ਹਰਿਕ੍ਰਿਸ਼ਨ ਮਹਾਰਾਜ ਜੀ ਦੇ ਬਾਰੇ ਇਤਿਹਾਸਕਾਰ ਕਹਿੰਦੇ ਹੈ ਕਿ ਸਤਿਗੁਰਾਂ ਦੇ ਹੱਥ ਵਿੱਚ ਇੱਕ ਛੜੀ ਹੁੰਦੀ ਸੀ, ਇੱਕ ਸੋਟੀ ਹੁੰਦੀ ਸੀ। ਸੋਟੀ ਛੜੀ ਤੇ ਕੇਵਲ ਇੱਕ ਬਹਾਨਾ ਹੀ ਹੈ। ਗੁਰੂ ਹਰਿਕ੍ਰਿਸ਼ਨ ਮਹਾਰਾਜ ਜੀ ਦੀ ਦ੍ਰਿਸ਼ਟੀ ਕਹਿ ਸਕਦੇ ਹੋ ਤੁਸੀਂ, ਕਿਰਪਾ ਰਹਿਮਤ ਦੀ ਛੜੀ ਸਤਿਗੁਰਾਂ ਦੇ ਕੋਲ ਸਦਾ ਹੀ ਸੀ। ਸਤਿਗੁਰੂ ਮਹਾਰਾਜ ਜੀ ਨੇ ਕਿਰਪਾ ਰੂਪੀ ਛੜੀ ਛੱਜੂ ਦੇ ਸਿਰ ਉੱਤੇ ਰੱਖੀ ਤੇ ਜਿਹੜਾ ਛੱਜੂ ਬੋਲ ਨਹੀਂ ਸਕਦਾ, ਸੁਣ ਨਹੀਂ ਸਕਦਾ, ਕੋਈ ਗੱਲਬਾਤ ਨਹੀਂ ਸੀ ਕਰ ਸਕਦਾ, ਜਿਹਦੇ ਕੋਲੇ ਬੁੱਧ ਅਕਲ ਕੋਈ ਨਹੀਂ, ਉਹਨੇ ਹੱਥ ਜੋੜ ਕੇ ਗੁਰੂ ਹਰਿਕ੍ਰਿਸ਼ਨ ਮਹਾਰਾਜ ਜੀ ਨੂੰ ਕਿਹਾ, ਸਤਿਗੁਰੂ ਕੀ ਹੁਕਮ ਹੈ? ਤੇ ਗੁਰੂ ਹਰਿਕ੍ਰਿਸ਼ਨ ਮਹਾਰਾਜ ਜੀ ਕਹਿੰਦੇ, ਭਾਈ ਆ ਪੰਡਿਤ ਦਾ ਕੋਈ ਸਵਾਲ ਹੈ, ਇਹਦਾ ਹੱਲ ਕਰਨਾ ਹੈ। ਪੰਡਿਤ ਜੀ ਦੱਸੋ ਕੀ ਸਵਾਲ ਹੈ? ਕਹਿਣ ਲੱਗਾ ਮੈਂ ਗੀਤਾ ਦੇ ਅਰਥ ਸੁਣਨਾ ਚਾਹੁੰਦਾ। ਤੇ ਛੱਜੂ ਝੀਵਰ ਅੱਗੋਂ ਕਹਿਣ ਲੱਗਾ, ਪੰਡਿਤ ਜੀ ਗੀਤਾ ਤੁਸੀਂ ਪੜ੍ਹੋਗੇ ਕਿ ਮੈਂ ਆਪਣੇ ਆਪ ਹੀ ਪੜ੍ਹਾਂ? ਅਜੇ ਵੀ ਉਹਦੇ ਮਨ ਨੂੰ ਵੇਖੋ ਕੋਈ ਤਸੱਲੀ ਨਹੀਂ ਆਈ ਵੀ ਜਿਹੜਾ ਬੰਦਾ ਬੋਲ ਨਹੀਂ ਸਕਦਾ, ਸੁਣ ਨਹੀਂ ਸਕਦਾ, ਜਿਹਨੂੰ ਅਕਲ ਬੁੱਧ ਕੋਈ ਨਹੀਂ, ਉਹ ਮੈਨੂੰ ਅੱਗੋਂ ਬੋਲ ਕੇ ਕਹਿੰਦਾ ਕਿ ਗੀਤਾ ਮੈਂ ਪੜ੍ਹਾਂ ਕਿ ਤੁਸੀਂ ਪੜ੍ਹੋਗੇ? ਪੰਡਿਤ ਲਾਲ ਚੰਦ ਕਹਿੰਦਾ ਨੇ ਗੀਤਾ ਦਾ ਪਾਠ ਮੈਂ ਕਰਾਂਗਾ, ਅਰਥ ਕੇਵਲ ਤੂੰ ਕਰਨੇ ਹੈ। ਤੇ ਫਿਰ ਉਸ ਛੱਜੂ ਝੀਵਰ ਨੇ ਕਿਹਾ, ਕਹਿਣ ਲੱਗੇ ਪੜ੍ਹੋ ਤੁਸੀਂ ਗੀਤਾ। ਪੰਡਿਤ ਲਾਲ ਚੰਦ ਗੀਤਾ ਪੜ੍ਹਨੀ ਸ਼ੁਰੂ ਕਰ ਦਿੱਤੀ, ਛੱਜੂ ਝੀਵਰ ਨੇ ਅਰਥ ਕਰਨੇ ਸ਼ੁਰੂ ਕਰ ਦਿੱਤੇ। ਇਤਿਹਾਸਕਾਰ ਇੱਥੋਂ ਤੱਕ ਲਿਖਦੇ ਨੇ ਕਿ ਛੱਜੂ ਝੀਵਰ ਨੇ ਪੰਡਿਤ ਲਾਲ ਚੰਦ ਨੂੰ ਵਿੱਚੋਂ ਟੋਕ ਟੋਕ ਕੇ ਕਿਹਾ ਕਿ ਪੰਡਿਤ ਜੀ ਤੁਸੀਂ ਪੜ੍ਹਨ ਵਿੱਚ ਗਲਤੀ ਕਰਦੇ ਜੇ, ਐਸ ਸ਼ਬਦ ਨੂੰ ਇਸ ਤਰ੍ਹਾਂ ਨਹੀਂ ਪੜ੍ਹੀਦਾ, ਐਸ ਸ਼ਬਦ ਨੂੰ ਇਸ ਤਰ੍ਹਾਂ ਪੜ੍ਹੀਦਾ, ਐਸ ਸ਼ਬਦ ਦਾ ਉਚਾਰਨ ਇਵੇਂ ਕਰੀਦਾ ਹੈ। ਜਿਹੜਾ ਪੰਡਿਤ ਲਾਲ ਚੰਦ ਆਪਣੇ ਅੰਦਰ ਹੰਕਾਰ, ਹਉਮੈ, ਵਿਦਿਆ ਦਾ ਜਿਹੜਾ ਅਹੰਕਾਰ ਲੈ ਕੇ ਬੈਠਾ ਸੀ, ਇੱਕ ਛਿਨ ਵਿੱਚ ਗੁਰੂ ਮਹਾਰਾਜ ਜੀ ਨੇ ਸਾਰੇ ਦਾ ਸਾਰਾ ਉਹਦਾ ਉਤਾਰ ਦਿੱਤਾ। ਉਹਨੇ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਚਰਨਾਂ ਤੇ ਮੱਥਾ ਟੇਕ ਕੇ ਕਿਹਾ, ਦਾਤਾ ਮੇਰੇ ਕੋਲ ਭੁੱਲ ਹੋ ਗਈ, ਮੈਂ ਇਸ ਵਿਦਿਆ ਦਾ ਅਹੰਕਾਰ ਕਰ ਬੈਠਿਆ। ਫਿਰ ਗੁਰੂ ਹਰਿਕ੍ਰਿਸ਼ਨ ਮਹਾਰਾਜ ਜੀ ਕਹਿੰਦੇ, ਪੰਡਿਤ ਜੀ ਇਹ ਵਿਦਿਆ ਜੇ ਪਰਮਾਤਮਾ ਨੇ ਦਿੱਤੀ ਹੋਵੇ ਤੇ ਇਹਦਾ ਅਹੰਕਾਰ ਨਹੀਂ ਕਰੀਦਾ, ਇਸ ਵਿਦਿਆ ਨਾਲ ਮਨੁੱਖਤਾ ਦਾ ਭਲਾ ਕਰੋ। ਮਹਾਰਾਜ ਹੁਕਮ ਕੀ ਹੈ? ਸਾਹਿਬ ਕਹਿੰਦੇ ਇੱਥੇ ਧਰਮਸ਼ਾਲ ਬਣਾਓ, ਛੱਜੂ ਝੀਵਰ ਵਿਦਵਾਨ ਹੈ, ਤੂੰ ਵੀ ਵਿਦਵਾਨ ਹੈ,
ਦੋਨੋਂ ਮਿਲ ਕੇ ਇਸ ਸ਼ਹਿਰ ਵਿੱਚ ਇਹਦੀ ਕਾਇਆ ਕਲਪਨਾ ਨੂੰ ਪਲਟੋ, ਭਾਵ ਕਿ ਇੱਥੇ ਚੰਗੀ ਸਿੱਖਿਆ ਮਨੁੱਖਤਾ ਨੂੰ ਦਿਓ। ਜੇ ਤੁਹਾਡੇ ਕੋਲੇ ਵਿਦਿਆ ਤੇ ਦੂਜਿਆਂ ਦਾ ਭਲਾ ਹੋ ਸਕੇ। ਮੇਰੇ ਸਾਹਿਬ ਨੇ ਕਿਰਪਾ ਕੀਤੀ, ਉਸ ਪੰਡਤ ਲਾਲ ਚੰਦ ਦਾ ਅਹੰਕਾਰ ਤੋੜਿਆ। ਸਤਿਗੁਰਾਂ ਦੀ ਬਾਣੀ ਵਿੱਚ ਬੜਾ ਪਿਆਰਾ ਬਚਨ ਹੈ, ਸ਼ਲੋਕ 12 ਤੇ ਵਧੇਕ ਵਿੱਚ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਨੇ, ਇੱਕ ਨਾ ਸਿੱਧ ਨਾ ਬੁੱਧ ਨਾ ਅਕਲ ਸਰ ਅੱਖਰ ਕਾ ਭਿਓ ਨਾ ਲਹੰਤ। ਸਤਿਗੁਰੂ ਮਹਾਰਾਜ ਜੀ ਕਹਿੰਦੇ ਇੱਕ ਨੂੰ ਨਾ ਕੋਈ ਅਕਲ, ਨਾ ਕੋਈ ਬੁੱਧ, ਨਾ ਕੋਈ ਸ਼ਬਦਾਂ ਦੀ ਸੂਝ-ਬੂਝ, ਨਾ ਕੋਈ ਗਿਆਨ, ਪਰ ਸਾਹਿਬ ਕਹਿੰਦੇ ਫਿਰ ਵੀ ਫੁੱਲੇ ਨਹੀਂ ਸਮਾਉਂਦੇ, ਫਿਰ ਵੀ ਆਕੜ ਕੇ ਵਿਖਾਉਂਦੇ ਨੇ। ਤੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕਹਿੰਦੀ, ਨਾਨਕ ਤੇ ਨਰ ਉਹ ਮਨੁੱਖ ਅਸਲ ਖਰ ਕਹਿੰਦੇ ਨੇ ਖੋਤੇ ਨੂੰ। ਸਾਹਿਬ ਜੀ ਕਹਿੰਦੇ ਅਸਲ ਵਿੱਚ ਉਹ ਗਧੇ ਕਹਿ ਲਓ, ਜੇ ਬਿਨ ਗੁਣ ਗਰਭ ਕਰੰਤ। ਜੇ ਬਿਨਾਂ ਗੁਣਾ ਤੋਂ ਬਿਨਾਂ ਕੁਝ ਅੰਦਰ ਹੁੰਦਿਆਂ ਜੇ ਅਹੰਕਾਰ ਕਰਕੇ ਬੈਠਾ ਜੀਵ, ਤੇ ਸਾਹਿਬ ਕਹਿੰਦੇ ਗਧਿਆਂ ਦੀ ਉਸ ਨੂੰ ਕਹਿ ਲਓ ਕਿ ਉਹ ਗਧਿਆਂ ਦੇ ਸਮਾਨ ਹਨ, ਮਨੁੱਖ ਨਹੀਂ। ਸਤਿਗੁਰਾਂ ਦੀ ਬਾਣੀ ਵਿੱਚ ਮੇਰੇ ਗਰੀਬ ਨਵਾਜ ਪਾਤਸ਼ਾਹ ਕਿਰਪਾ ਕਰ ਰਹੇ ਨੇ। ਬੇਅੰਤ ਐਸੇ ਪ੍ਰਮਾਣ ਨੇ ਜਿਨ੍ਹਾਂ ਵਿੱਚ ਭਗਤ ਕਬੀਰ ਸਾਹਿਬ ਜੀ ਕਹਿੰਦੇ, ਕਬੀਰ ਗਰਬ ਨਾ ਕੀਜੀਐ ਰੰਕ ਨਾ ਹਸੀਐ ਕੋਇ। ਭਗਤ ਕਬੀਰ ਸਾਹਿਬ ਦੇ ਸ਼ਲੋਕ, ਕਬੀਰ ਗਰਬ ਨਾ ਕੀਜੀਐ ਰੰਕ ਨਾ ਹਸੀਐ ਕੋਇ। ਐ ਮਨੁੱਖ ਕਦੀ ਅਹੰਕਾਰ ਨਾ ਕਰ ਤੇ ਗਰੀਬ ਨੂੰ ਵੇਖ ਕੇ ਕਦੀ ਹੱਸੀ ਨਾ, ਕਿਉਂਕਿ ਅਜੇ ਉਸੋ ਨਾਉ ਸਮੁੰਦਰ ਮੈਂ ਕਿਆ ਜਾਣਾ ਕਿਆ ਹੋਏ। ਅਜੇ ਤਾਂ ਬੇੜੀ ਆਪਣੀ ਵੀ ਮੱਝ ਧਾਰ ਵਿੱਚ ਤੁਰੀ ਫਿਰਦੀ ਹੈ, ਸਮੁੰਦਰ 'ਚ ਤੁਰੀ ਫਿਰਦੀ ਹੈ, ਪਤਾ ਨਹੀਂ ਨੇ ਕਿਨਾਰੇ ਲੱਗਣਾ ਕਿ ਨਹੀਂ ਲੱਗਣਾ। ਇਸ ਕਰਕੇ ਅਹੰਕਾਰ ਨਾ ਕਰੀਏ। ਕਬੀਰ ਗਰਬ ਨਾ ਕੀਜੀਏ ਚਾਮ ਲਪੇਟੇ ਹਾੜ। ਕਹਿੰਦੇ ਇਸ ਚਮੜੀ ਦਾ ਕਾਹਦਾ ਮਾਨ ਕਰਦਾ, ਇਹ ਤਾਂ ਚੰਮ ਦੇ ਉੱਤੇ ਜਿਹੜਾ ਸੀ ਪ੍ਰਭੂ ਪਰਮਾਤਮਾ ਨੇ ਹੱਡੀਆਂ ਉੱਤੇ ਚੰਮ ਵਲੇਟ ਦਿੱਤਾ, ਤੈਨੂੰ ਸੋਹਣਾ ਬਣਾ ਦਿੱਤਾ ਹੈ। ਭਗਤ ਕਬੀਰ ਸਾਹਿਬ ਜੀ ਕਹਿੰਦੇ ਕਾਹਦਾ ਇਹਦਾ ਅਹੰਕਾਰ ਕਰਦਾ। ਕਬੀਰ ਗਰਬ ਨਾ ਕੀਜੀਐ ਚਾਮ ਲਪੇਟੇ ਹਾੜ, ਹੈਬਰ ਉੱਪਰ ਛੱਤ ਤਰ ਤੇ ਫਨ ਧਰਨੀ ਗਾੜ। ਭਗਤ ਕਬੀਰ ਸਾਹਿਬ ਜੀ ਕਹਿੰਦੇ ਹਾਥੀ ਘੋੜੇ ਤੇ ਸਿਰਾਂ ਤੇ ਛਤਰ ਝੁਲਦਿਆਂ ਐ ਮਨੁੱਖ ਵੇਖ ਕੇ ਕਦੀ ਹੰਕਾਰ ਨਾ ਕਰੀ, ਆਖਰਕਾਰ ਇਹ ਸਾਰਾ ਕੁਝ ਧਰਤੀ ਦੇ ਵਿੱਚ ਹੀ ਗੱਡਿਆ ਜਾਣਾ। ਕਬੀਰ ਗਰਬ ਨਾ ਕੀਜੀਐ ਉੱਚਾ ਦੇਖ ਆਵਾਸ। ਕਹਿਣ ਲੱਗੇ ਆਪਣੇ ਮਹੱਲ ਵੇਖ ਕੇ, ਆਪਣੀਆਂ ਉੱਚੀਆਂ ਅਟਾਰੀਆਂ ਵੇਖ ਕੇ ਤੇ ਦੂਜੇ ਗਰੀਬ ਦੀ ਝੌਂਪੜੀ ਵੇਖ ਕੇ ਕਦੀ ਹੱਸੀ ਨਾ, ਕਿਉਂਕਿ ਭਗਤ ਕਬੀਰ ਸਾਹਿਬ ਜੀ ਕਹਿੰਦੇ ਨੇ ਆਜ ਕਾਲ ਭੋਏ ਲੇਟਣਾ ਉੱਪਰ ਜਾਮੈ ਘਾਸ। ਇੱਕ ਦਿਨ ਕਹਿਣ ਲੱਗੇ ਇਸ ਧਰਤੀ ਦੇ ਵਿੱਚ ਹੀ ਜਿਹੜਾ ਹੈ ਭਗਤ ਕਬੀਰ ਸਾਹਿਬ ਜੀ ਕਹਿੰਦੇ ਮਿੱਟੀ ਵਿੱਚ ਰਲ ਜਾਣਾ ਹੈ ਕਿ ਉੱਪਰ ਘਾਹ ਜੰਮ ਪੈਣਾ, ਘਾਹ ਉੱਗ ਪੈਣਾ। ਇਸ ਕਰਕੇ ਕਾਹਦਾ ਇਹਦਾ ਹੰਕਾਰ ਕਰੀਏ। ਕਬੀਰ ਗਰਬ ਨਾ ਕੀਜੀਏ ਦੇਹੀ ਦੇਖ ਸੁਰੰਗ। ਕਹਿਣ ਲੱਗੇ ਆਪਣੀ ਸੁੰਦਰ ਦੇਹੀ ਵੇਖ ਕੇ ਵੀ ਕਦੀ ਹੰਕਾਰ ਨਾ ਕਰੀਏ, ਕਿਉਂਕਿ ਆਜ ਕਾਲ ਤਜ ਜਾਓਗੇ ਜੋ ਕਾਂਚੁਰੀ ਭਯੰਗ। ਕਹਿਣ ਲੱਗੇ ਜਿਵੇਂ ਸੱਪ ਆਪਣੀ ਕੁੰਝ ਉਤਾਰ ਦਿੰਦਾ ਹੈ, ਇਸੇ ਤਰ੍ਹਾਂ ਸਰੀਰ ਵੀ ਇੱਕ ਦਿਨ ਬਿਨਸ ਜਾਣਾ, ਇਹਦਾ ਕਾਹਦਾ ਹੰਕਾਰ ਕਰੀਏ। ਬਾਬਾ ਫਰੀਦ ਸਾਹਿਬ ਨੇ ਬੜੀ ਇੱਕ ਪਿਆਰੀ ਉਦਾਹਰਨ ਦਿੱਤੀ ਹੈ। ਇਹ ਕਹਿ ਕੇ ਫਿਰ ਆਪਾਂ ਸ਼ਬਦ ਦੀ ਵਿਚਾਰ ਸਮਾਪਤੀ ਵਾਲੇ ਬੰਨੇ ਲੈ ਕੇ ਚੱਲਾਂਗੇ। ਬਾਬਾ ਫਰੀਦ ਸਾਹਿਬ ਜੀ ਕਹਿੰਦੇ ਨੇ, ਕਹਿੰਦੇ ਮੈਂ ਉਹ ਲੋਕ ਦੇਖੇ ਜਦੋਂ ਜਿਉਂਦੇ ਸਨ, ਤੇ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਨੇ ਉਹਨਾਂ ਦੇ ਕੋਲੇ ਦਮਾਮੇ ਵੱਜਦੇ ਸੀ, ਉਹਨਾਂ ਦੇ ਕੋਲੇ ਨਗਾਰੇ ਵੱਜਦੇ ਸੀ, ਉਹਨਾਂ ਦੀਆਂ ਤੂਤੀਆਂ ਬੋਲਦੀਆਂ ਸਨ, ਉਹਨਾਂ ਦੇ ਸਿਰਾਂ ਤੇ ਛਤਰ ਝੁਲਦੇ ਸਨ। ਸਿਫਤ ਵਿੱਚ ਲੋਕ ਉਹਨਾਂ ਦੇ ਬਾਰੇ ਕਈ ਸ਼ਬਦ ਬੋਲਦੇ ਸਨ। ਪਰ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਮਰਨ ਤੋਂ ਬਾਅਦ ਮੈਂ ਦੇਖਿਆ ਕਿ ਉਹ ਬੰਦੇ ਉਸੇ ਹੀ ਕਬਰ ਦੇ ਵਿੱਚ ਦਫਨਾਏ ਗਏ ਜਿਸ ਕਬਰ ਦੇ ਵਿੱਚ ਇੱਕ ਗਰੀਬ ਬੰਦਾ ਪਿਆ, ਉਹਦੇ ਨਾਲ ਹੀ ਵੱਡੇ ਤੋਂ ਵੱਡਾ ਅਮੀਰ ਵੀ ਉੱਥੇ ਹੀ ਦਫਨਾ ਕੇ ਰੱਖ ਦਿੱਤਾ। ਬਾਬਾ ਫਰੀਦ ਸਾਹਿਬ ਜੀ ਕਹਿੰਦੇ ਜਤੀਮਾਂ ਵਾਂਗ, ਮਾਂ ਮਿਟਰਾਂ ਵਾਂਗ ਉਹਨੂੰ ਵੀ ਉੱਥੇ ਨੱਪ ਦਿੱਤਾ ਜਿੱਥੇ ਇੱਕ ਆਮ ਗਰੀਬ ਬੰਦਾ ਪਿਆ ਸੀ। ਬਾਬਾ ਫਰੀਦ ਸਾਹਿਬ ਜੀ ਇਸ ਸ਼ਬਦ ਵਿੱਚ ਸਾਨੂੰ ਇਹ ਕਹਿਣਾ ਚਾਹੁੰਦੇ ਹੈ ਕਿ ਕਿਹੜੀ ਗੱਲ ਦਾ ਮਾਨ ਤੇ ਹੰਕਾਰ ਕਰੀਏ। ਪਾਸ ਦਮਾਮੇ ਛੱਤ ਸਿਰ ਭੇਰੀ ਛੱਡੋ ਰੱਡ, ਜਾਏ ਸੁੱਤੇ ਜੀਰਾਨ ਮੈਂ ਥੀਏ ਅਤੀਮਾ ਗੱਡ। ਕਹਿਣ ਲੱਗੇ ਜਤੀਮਾਂ ਵਾਂਗ ਉਸ ਕਬਰ ਦੇ ਵਿੱਚ ਨੱਪ ਦਿੱਤੇ ਗਏ। ਇੱਕ ਸ਼ਬਦ ਹੋਰ ਬਾਬਾ ਫਰੀਦ ਸਾਹਿਬ ਜੀ ਦਾ, ਕਹਿਣ ਲੱਗੇ ਮੈਂ ਦੇਖਿਆ ਇੱਕ ਔਰਤ ਨੇ ਆਪਣੇ ਘਰ ਵਿੱਚ ਨੌਕਰਾਣੀ ਨੂੰ ਕਿਹਾ, ਕਹਿਣ ਲੱਗੀ ਮੈਂ ਆਪਣੀਆਂ ਅੱਖਾਂ ਵਿੱਚ ਸੁਰਮਾ ਪਾਉਣਾ ਹੈ ਤੇ ਸੁਰਮੇ ਨੂੰ ਪੀ ਕੇ ਮੈਨੂੰ ਦੇ, ਕਿਉਂਕਿ ਪਹਿਲਿਆਂ ਸਮਿਆਂ 'ਚ ਇਸ ਤਰ੍ਹਾਂ ਸੀ। ਉਸ ਨੌਕਰਾਣੀ ਨੇ ਸੁਰਮਾ ਪੀਆ, ਉਹਦੇ ਕੋਲੋਂ ਬਰੀਕ ਨਹੀਂ ਪੂਰਾ ਸੁਰਮਾ ਹੋਇਆ, ਥੋੜਾ ਜਿਹਾ ਮੋਟਾ ਰਹਿ ਗਿਆ। ਤੇ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਜਦੋਂ ਉਸ ਔਰਤ ਨੇ ਆਪਣੀਆਂ ਅੱਖਾਂ ਦੇ ਵਿੱਚ ਉਹ ਸੁਰਮੇ ਦੀਆਂ ਸਲਾਈਆਂ ਪਾਈਆਂ, ਉਹਦੀਆਂ ਅੱਖਾਂ ਦੇ ਵਿੱਚ ਰੜਕ ਪਈ, ਉਹਨੇ ਨੌਕਰਾਣੀ ਨੂੰ ਕੁੱਟ ਮਾਰਿਆ। ਉਹ ਕਹਿਣ ਲੱਗੀ ਮੇਰਾ ਕੀ ਕਸੂਰ। ਕਹਿਣ ਲੱਗੀ ਤੂੰ ਇਸ ਸੁਰਮੇ ਨੂੰ ਬਰੀਕ ਕਿਉਂ ਨਾ ਕੀਤਾ, ਇਸ ਸੁਰਮੇ ਦੀ
ਜਿਹੜਾ ਸੀ ਮੋਟਾ ਰਹਿਣ ਕਰਕੇ ਮੇਰੀਆਂ ਅੱਖਾਂ ਦੇ ਵਿੱਚ ਰੜਕ ਪੈਂਦੀ ਹੈ। ਬਾਬਾ ਫਰੀਦ ਸਾਹਿਬ ਜੀ ਕਹਿੰਦੇ, ਭੈਣੇ ਤੈਨੂੰ ਇਸ ਗੱਲ ਦਾ ਹੀ ਨਹੀਂ ਪਤਾ, ਜਿਸ ਅੱਖਾਂ ਦੇ ਵਿੱਚ ਸੁਰਮੇ ਦੀ ਨਿੱਕੀ ਜੀ ਥੋੜੀ ਜੀ ਰੜਕ ਪਈ, ਤੈਨੂੰ ਉਹ ਰੜਕ ਨਾ ਚੰਗੀ ਲੱਗੀ, ਤੇਰੀ ਉਸ ਅੱਖਾਂ ਦੀ ਸੁੰਦਰਤਾ ਜਾਂਦੀ ਰਹੀ, ਜਿਹਦਾ ਕਾਰਨ ਕਰਕੇ ਤੂੰ ਉਸ ਨੌਕਰਾਣੀ ਨੂੰ ਕੁੱਟ ਦਿੱਤਾ। ਪਰ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਆ, ਭੈਣੇ ਮੈਂ ਇੱਕ ਦਿਨ ਵੇਖਣਾ ਜਦੋਂ ਤੂੰ ਸੰਸਾਰ ਤੋਂ ਜਾਣਾ, ਤੇਰੀਆਂ ਅੱਖਾਂ ਰੁਲਦੀਆਂ ਹੋਣਗੀਆਂ। ਇੱਥੇ ਆ ਕੇ ਪੰਛੀਆਂ ਨੇ ਆਪਣੇ ਬੱਚੇ ਪੈਦਾ ਕਰ ਦੇਣੇ, ਤੇਰੀਆਂ ਅੱਖਾਂ ਵਿੱਚ ਉੱਥੇ ਬੱਚਿਆਂ ਨੇ, ਤੇਰੀਆਂ ਅੱਖਾਂ ਵਿੱਚ ਆਉਣਗੇ ਕਾਂ ਤੇ ਜਾਨਵਰ, ਤੇਰੀਆਂ ਅੱਖਾਂ ਵਿੱਚ ਚੁੰਝ ਮਾਰਨਗੇ, ਫਿਰ ਕਾਹਦਾ ਅੱਖਾਂ ਦਾ ਮਾਣ ਕਰਨਾ, ਉਹਦੀ ਵਡਿਆਈ ਕਰ ਪ੍ਰਭੂ ਪਰਮਾਤਮਾ ਦੀ, ਜਿਨ੍ਹੇ ਤੈਨੂੰ ਸੁੰਦਰਤਾ ਦਿੱਤੀ ਹੈ। ਬਾਬਾ ਫਰੀਦ ਸਾਹਿਬ ਜੀ ਕਹਿੰਦੇ ਨੇ, ਫਰੀਦਾ ਜਿੰਨੀ ਲੋਇਨ, ਫਰੀਦਾ ਜਿਨ ਲੋਇਨ ਜਗ ਮੋਹਿਆ ਸੇ ਲੋਇਨ ਮੈਂ ਡਿਠ, ਜਿਨ੍ਹਾਂ ਅੱਖਾਂ ਨੇ ਕਹਿੰਦੇ ਜਗਤ ਨੂੰ ਮੋਹ ਕੇ ਰੱਖਿਆ। ਬਾਬਾ ਫਰੀਦ ਸਾਹਿਬ ਜੀ ਕਹਿੰਦੇ, ਮੈਂ ਆਪਣੇ ਅੱਖਾਂ ਨਾਲ ਉਹਨਾਂ ਲੋਕਾਂ ਨੂੰ ਤੱਕਿਆ ਹੈ। ਤੇ ਬਾਬਾ ਫਰੀਦ ਸਾਹਿਬ ਜੀ ਕਹਿੰਦੇ, ਕੱਜਲ ਰੇਖ ਨਾ ਸਹਿੰਦਿਆਂ, ਜਿਹੜੀ ਨਿੱਕੀ ਜੀ ਉਹ ਅੱਖਾਂ ਦੀ ਧਾਰੀ ਵਿੱਚ ਪਾਉਣ ਲਈ ਮਾੜੀ ਜੀ ਵੀ ਰੜਕ ਹੋਈ, ਅੱਖਾਂ ਸਹਿਣ ਨਹੀਂ ਸੀ ਕਰਦੀਆਂ। ਬਾਬਾ ਫਰੀਦ ਸਾਹਿਬ ਜੀ ਕਹਿੰਦੇ, ਸੇ ਪੰਖੀ ਸੂਏ ਬੈਠ ਸੂਏ ਮੈਨੇ ਬੱਚੇ, ਕਹਿਣ ਲੱਗੇ ਪੰਛੀਆਂ ਨੇ ਆਪਣੇ ਉਸ ਬੱਚਿਆਂ ਵਾਸਤੇ ਆਲ੍ਹਣੇ ਬਣਾ ਦਿੱਤੇ ਉਹਨਾਂ ਅੱਖਾਂ ਨੂੰ, ਜਿਹੜੀਆਂ ਅੱਖਾਂ ਨਿੱਕੀ ਜੀ ਸਲਾਈ ਪਾਉਣ ਦੇ ਨਾਲ ਵੀ, ਥੋੜੀ ਜੀ ਰੜਕਣ ਦੇ ਨਾਲ ਵੀ ਉਸ ਨੂੰ ਇਹ ਲੱਗਾ ਕਿ ਮੇਰੀਆਂ ਅੱਖਾਂ ਦੀ ਸੁੰਦਰਤਾ ਜਾਣੀ ਹੈ ਇਹਦੇ ਨਾਲ, ਜੇ ਇਹ ਸਲਾਈ ਮੇਰੀਆਂ ਅੱਖਾਂ ਵਿੱਚ ਰੜਕਦੀ ਰਹੀ, ਭਾਵ ਕਿ ਸੁਰਮਾ ਮੋਟਾ ਰਹਿ ਗਿਆ। ਤੇ ਬਾਬਾ ਫਰੀਦ ਸਾਹਿਬ ਜੀ ਕਹਿੰਦੇ, ਤੈਨੂੰ ਗੁੱਸਾ ਆ ਗਿਆ, ਪਰ ਇਹਨਾਂ ਅੱਖਾਂ ਦਾ ਮਾਣ ਨਾ ਕਰੀਏ। ਬੇਅੰਤ ਐਸੇ ਪ੍ਰਮਾਣ ਸ਼ਬਦ ਨੇ ਜਿਨ੍ਹਾਂ ਵਿੱਚ ਸਤਿਗੁਰੂ ਮਹਾਰਾਜ ਜੀ ਕਹਿੰਦੇ, ਪਿਆਰਿਓ ਇਸ ਦੇਹੀ ਦਾ ਕਾਹਦਾ ਹੰਕਾਰ ਕਰਨਾ। ਗੁਰੂ ਤੇਗ ਬਹਾਦਰ ਮਹਾਰਾਜ ਜੀ ਕਹਿੰਦੇ ਨੇ ਕਿ ਐ ਮਨੁੱਖ, ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਨੇ, ਇਸ ਦੇਹੀ ਦਾ ਕਦੀ ਵੀ ਹੰਕਾਰ ਗਰਭ ਨਾ ਕਰੀਏ, ਕਿਉਂਕਿ ਆਖਿਰਕਾਰ ਇਸ ਦੇਹੀ ਨੇ ਬਿਨਸ ਜਾਣਾ ਹੈ। ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਜੀ ਅੱਜ ਦੇ ਪਾਵਨ ਪਵਿੱਤਰ ਸ਼ਬਦ ਵਿੱਚ ਕਹਿ ਰਹੇ ਨੇ, ਉਸ ਪ੍ਰਭੂ ਪਰਮਾਤਮਾ ਦੀ ਵਡਿਆਈ, ਉਹਦੀ ਸਿਫਤ ਕਰੀਏ, ਜਿਸ ਪ੍ਰਭੂ ਪਰਮਾਤਮਾ ਵਾਹਿਗੁਰੂ ਨੇ ਸਾਰਾ ਜਗਤ ਬਣਾਇਆ ਹੈ, ਜਿਹਨੇ ਆਵਾ ਗਾਉਣ ਦਾ ਚੱਕਰ ਬਣਾਇਆ ਹੈ। ਐ ਮਨੁੱਖ, ਜੇ ਤੈਨੂੰ ਕੁਝ ਪ੍ਰਾਪਤ ਹੋਇਆ ਤੇ ਉਸ ਪ੍ਰਾਪਤੀ ਦਾ ਤੂੰ ਮਾਣ ਨਾ ਕਰ, ਉਹਦਾ ਅਹੰਕਾਰ ਨਾ ਕਰ, ਉਹਦਾ ਗਰਬ ਨਾ ਕਰ, ਕਿਉਂਕਿ ਸਾਹਿਬ ਜੀ ਕਹਿੰਦੇ ਨੇ, ਇਹ ਮਾਨ ਹੰਕਾਰ ਹਉਮੈ ਹੀ ਪ੍ਰਭੂ ਪਰਮਾਤਮਾ ਤੋਂ ਦੂਰ ਲੈ ਜਾਏਗੀ ਤੇ ਤੈਨੂੰ ਆਵਾ ਗਾਉਣ ਦੇ ਚੱਕਰ ਵਿੱਚ ਪਰਮਾਤਮਾ ਸੁੱਟ ਦੇਗਾ। ਆਓ ਸਤਿਗੁਰੂ ਨਾਨਕ ਸਾਹਿਬ ਮਹਾਰਾਜ ਜੀ ਹੁਣ ਇਸ ਪਾਵਨ ਪੌੜੀ ਵਿੱਚ ਜੋ ਕਿਰਪਾ ਕਰ ਰਹੇ ਨੇ, ਮੇਰੇ ਸਾਹਿਬ ਕਹਿੰਦੇ ਨੇ, ਸੱਚਾ ਵੇ ਪਰਵਾਹ ਇੱਕੋ ਤੂੰ ਧਣੀ, ਉਹ ਪਰਮਾਤਮਾ ਹੀ ਸਦੀਵੀ ਹੈ, ਸੱਚ ਰੂਪ ਜੋ ਬੇਪਰਵਾਹ ਹੈ, ਜਿਹਨੂੰ ਕਿਸੇ ਦੀ ਕੋਈ ਮਥਾਜੀ ਨਹੀਂ ਹੈ। ਸਾਹਿਬ ਜੀ ਕਹਿੰਦੇ, ਉਹ ਧਣੀ ਮੈਨੇ ਮਾਲਕ, ਸਭ ਦਾ ਮਾਲਕ ਪਰਮਾਤਮਾ ਆਪ ਹੈ। ਤੂੰ ਸਭ ਕਿਛੇ ਆਪੇ ਆਪ, ਦੂਜੇ ਕਿਸ ਗਣੀ, ਐ ਪਰਮਾਤਮਾ ਮੈਂ ਗਣੀ ਮੈਨੇ ਗਿਣਾ, ਤੇਰੇ ਬਰਾਬਰ ਮੈਂ ਕਿਹਨੂੰ ਕਵਾਂ ਕਿ ਰੱਬ ਫਲਾਣੇ ਵਰਗਾ ਹੈ। ਸਾਹਿਬ ਜੀ ਕਹਿੰਦੇ, ਤੇਰੇ ਵਰਗਾ ਕੋਈ ਦੂਜਾ ਹੈ ਨਹੀਂ, ਮੈਂ ਕਿਹਦੀ ਗਿਣਤੀ ਕਰਾਂ। ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਕਹਿੰਦੇ ਨੇ, ਪਰਮਾਤਮਾ ਤੂੰ ਹੀ ਬੇਪਰਵਾਹ ਹੈ, ਸੱਚਾ ਹੈ, ਸਭ ਦਾ ਮਾਲਕ ਹੈ, ਤੇ ਤੇਰੇ ਤੋਂ ਬਿਨਾਂ ਕੋਈ ਦੂਜਾ ਹੋਰ ਹੈ ਨਹੀਂ। ਮਾਨਸ ਕੂੜਾ ਗਰਭ ਸੱਚੀ ਤੁਧ ਮਣੀ, ਮਣੀ ਮੈਨੇ ਵਡਿਆਈ। ਸਾਹਿਬ ਜੀ ਕਹਿੰਦੇ, ਐ ਮਨੁੱਖ, ਐ ਮਾਨਸ, ਤੂੰ ਕੂੜਾ ਗਰਭ ਨਾ ਕਰ, ਕਿਉਂਕਿ ਪ੍ਰਭੂ ਪਰਮਾਤਮਾ ਵਾਹਿਗੁਰੂ ਜਿਹੜਾ ਹੈ ਨਾ, ਉਹ ਸੱਚ ਰੂਪੀ ਪਰਮਾਤਮਾ, ਅਸਲ ਵਿੱਚ ਉਹਦੀਆਂ ਹੀ ਵਡਿਆਈਆਂ ਜੇ ਜਗਤ ਵਿੱਚ ਜੀਵ ਨੂੰ ਮਿਲਦੀਆਂ ਤੇ ਤਾਂ ਵੀ ਉਹਦੀਆਂ ਹੀ ਵਡਿਆਈਆਂ ਗਿਣਨੀਆਂ ਚਾਹੀਦੀਆਂ, ਕਿਉਂਕਿ ਸਾਹਿਬ ਹੱਥ ਵਡਿਆਈਆਂ ਜਿਸ ਭਾਵ ਹੈ ਤਿਸ ਦੇ, ਉਸ ਮਾਲਕ ਦੇ ਹੱਥ ਵਿੱਚ ਸਾਰੀਆਂ ਵਡਿਆਈਆਂ ਹਨ। ਆਵਾ ਗਾਉਣ ਰਚਾਏ ਉਪਾਈ ਮੇਦਨੀ, ਮੇਦਨੀ ਕਹਿੰਦੇ ਨੇ ਧਰਤੀ ਨੂੰ। ਸਾਹਿਬ ਜੀ ਕਹਿੰਦੇ ਨੇ, ਆਵਾ ਗਾਉਣ ਵੀ ਪ੍ਰਭੂ ਪਰਮਾਤਮਾ ਨੇ ਹੀ ਬਣਾਇਆ ਹੋਇਆ ਹੈ, ਤੇ ਧਰਤੀ ਵੀ ਉਸੇ ਨੇ ਪੈਦਾ ਕੀਤੀ ਹੋਈ ਹੈ। ਸਤਿਗੁਰ ਸੇਵੇ ਆਪਣਾ ਆਇਆ ਤਿਸ ਗਣੀ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕਹਿੰਦੇ, ਗਿਣਤੀ ਉਹਨਾਂ ਦੀ ਆਇਆ ਜਗਤ ਵਿੱਚ ਗਿਣੀ ਜਾਂਦੀ ਹੈ ਜਿਨ੍ਹਾਂ ਨੇ ਆਪਣੇ ਸਤਿਗੁਰੂ ਨੂੰ ਯਾਦ ਕੀਤਾ, ਸਿਮਰਿਆ। ਬੰਦਾ ਸਾਰੀ ਉਮਰ ਆਪਣਾ ਨਾਂ ਬਣਾਉਂਦਿਆਂ ਲਾ ਦਿੰਦਾ ਹੈ, ਪਰ ਮਰਨ ਤੋਂ ਬਾਅਦ ਜਦੋਂ ਚਾਰ ਭਾਈ ਫੱਟੇ ਤੇ ਪਾ ਕੇ ਤੁਰਦੇ ਨੇ, ਇਹਦਾ ਨਾਂ ਤੇ ਉਦੋਂ ਹੀ ਖਤਮ ਹੋ ਜਾਂਦਾ ਹੈ। ਇੱਕ ਵਿਦਵਾਨ ਨੇ ਬੜੀ ਪਿਆਰੀ ਗੱਲ ਕਹੀ, ਉਹ ਕਹਿੰਦਾ, ਜਦੋਂ ਇਹਦਾ ਜਨਮ ਨਹੀਂ ਸੀ ਹੋਇਆ ਉਦੋਂ ਵੀ ਇਹਦਾ ਨਾਂ ਕੋਈ ਨਹੀਂ ਸੀ, ਤੇ ਮਰਨ ਤੋਂ ਬਾਅਦ ਵੀ ਇਹਦਾ ਨਾਂ ਕੋਈ ਨਹੀਂ। ਫਿਰ ਵਿਚਲੇ ਸਮੇਂ ਦੇ ਵਿੱਚ ਬੰਦਾ ਸਾਰੀ ਜ਼ਿੰਦਗੀ ਆਪਣਾ ਨਾਂ ਬਣਾਉਣ 'ਤੇ ਹੀ ਲਾ ਦਿੰਦਾ ਹੈ, ਤੇ ਕਹਿਣ ਲੱਗੇ ਜਦੋਂ ਨਾਂ ਬਣਾਉਣ 'ਤੇ ਸਾਰੀ ਜ਼ਿੰਦਗੀ ਲਾਈ, ਚਾਰ ਭਾਈ ਲੈ ਕੇ ਫੱਟੇ 'ਤੇ ਪਾ ਕੇ ਤੁਰੇ, ਤੇ ਸ਼ਬਦ ਇਹੀ ਕਹੇ, ਜੇ ਕੋਈ ਹਿੰਦੂ ਹੋਵੇਗਾ ਤੇ ਸ਼ਬਦ ਇਹੀ ਕਹਿਣਗੇ, ਰਾਮ ਨਾਮ ਸਤ ਹੈ, ਰਾਮ ਨਾਮ ਸਤ ਹੈ।
ਇਹ ਬੰਦਿਆ ਤੈਨੂੰ ਤੇ 2 ਘੜੀਆਂ ਦੇ ਵਿੱਚ ਹੀ ਇਹਨਾਂ ਨੇ ਦੱਸ ਦਿੱਤਾ ਕਿ ਰੱਬ ਦਾ ਨਾਮ ਹੀ ਸਦੀਵੀ ਸੱਤ ਹੈ, ਤੇਰਾ ਨਾਮ ਸੱਤ ਨਹੀਂ ਹੋ ਸਕਦਾ। ਤੇ ਜੇ ਕੋਈ ਗੁਰਸਿੱਖ ਹੋਵੇ ਜਾਂ ਇਉਂ ਕਹਿ ਲਓ ਸਿੱਖੀ ਨਾਲ ਸੰਬੰਧਿਤ ਰੱਖਦਾ ਹੈ, ਫਿਰ ਅਸੀਂ ਸਤਨਾਮ ਵਾਹਿਗੁਰੂ ਦਾ ਜਾਪ ਕਰਦੇ। ਗੱਲ ਇਹ ਵੀ ਉਹੀ ਹੈ, ਸਤਨਾਮ ਵਾਹਿਗੁਰੂ ਦਾ ਵੀ ਭਾਵ ਉਹੀ ਹੈ ਕਿ ਪਰਮਾਤਮਾ ਦਾ ਹੀ ਨਾਮ ਸੱਤ ਹੈ ਬੰਦਿਆ, ਤੇਰਾ ਨਾਮ ਸੱਤ ਕਦੀ ਨਹੀਂ ਹੋ ਸਕਦਾ। ਸੋ ਸਾਹਿਬ ਕਹਿੰਦੇ ਤੂੰ ਆਇਆ ਜਗਤ ਵਿੱਚ ਆਪਣੇ ਸਤਿਗੁਰੂ ਨੂੰ ਯਾਦ ਕਰ ਸਿਮਰ, ਤਾਂ ਹੀ ਤੇਰਾ ਆਇਆ ਹੋਇਆ ਸੰਸਾਰ ਉੱਤੇ ਗਿਣਿਆ ਜਾਏਗਾ। ਜੇ ਹਉਮੈ ਵਿੱਚੋਂ ਜਾਏ ਤਾਂ ਕੇਹੀ ਗਣਤ ਗਣੀ। ਸਾਹਿਬ ਜੀ ਕਹਿੰਦੇ ਫਿਰ ਜਿਨ੍ਹਾਂ ਦੇ ਅੰਦਰ ਇਹ ਹਉਮੈ, ਇਹ ਅਹੰਕਾਰ, ਇਹ ਗਰਭ ਚਲਿਆ ਜਾਂਦਾ ਹੈ, ਮਾਨ, ਜਿਹੜਾ ਕਿਸੇ ਵੀ ਗੱਲ ਦਾ ਕੋਈ ਮਾਨ ਨਹੀਂ ਕਰਦੇ, ਸਾਹਿਬ ਜੀ ਕਹਿੰਦੇ ਇਉਂ ਕਹਿ ਲਓ ਉਹਨਾਂ ਦੀ ਜ਼ਿੰਦਗੀ ਵਿੱਚ ਕੋਈ ਤੌਖਲਾ, ਕੋਈ ਚਿੰਤਾ, ਕੋਈ ਝੋਰਾ ਨਹੀਂ ਹੁੰਦਾ। ਚਿੰਤਾ, ਝੋਰੇ, ਤੌਖਲੇ ਉਸ ਨੂੰ ਬਣੇ ਰਹਿੰਦੇ ਨੇ ਜਿਹੜਾ ਆਪਣੇ ਆਪ ਨੂੰ ਕੋਈ ਵੀ ਦਾਤ ਲੈ ਕੇ ਉਹਦਾ ਅਹੰਕਾਰ ਕਰੀ ਬੈਠਾ ਹੈ। ਸਾਹਿਬ ਜੀ ਕਹਿੰਦੇ ਨੇ ਜਿਹਦੇ ਅੰਦਰ, ਕਿਉਂਕਿ ਭਗਤ ਕਬੀਰ ਸਾਹਿਬ ਜੀ ਕਹਿੰਦੇ ਕਬੀਰ ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪ ਦੇ, ਕਿਆ ਲਾਗੇ ਮੇਰਾ ਵਾਹਿਗੁਰੂ, ਮੈਂ ਕਿਹੜੀ ਚੀਜ਼ ਦਾ ਮਾਨ ਹੰਕਾਰ ਕਰਾਂ, ਸਭ ਕੁਝ ਤੇ ਤੇਰਾ ਹੀ ਹੈ। ਤਾਂ ਸਾਹਿਬ ਕਹਿੰਦੇ ਨੇ ਜੇ ਹਉਮੈ ਵਿੱਚੋਂ ਜਾਏ, ਜੇ ਅੰਦਰੋਂ ਹਉਮੈ ਚਲੀ ਜਾਏ ਤਾਂ ਕੇਹੀ ਗਣਤ ਗਣੀ, ਉਸ ਦੀ ਜ਼ਿੰਦਗੀ ਵਿੱਚੋਂ ਸਾਰੇ ਤੌਖਲੇ, ਚਿੰਤਾ, ਝੋਰੇ ਖਤਮ ਹੋ ਜਾਂਦੇ ਹਨ। ਮਨ ਮੁਖ ਮੋਹ ਗੁਬਾਰ, ਜਿਉਂ ਭੁੱਲਾ ਮੰਝ ਵਣੀ, ਵਣੀ ਮੈਨੇ ਜੰਗਲ। ਸਾਹਿਬ ਜੀ ਕਹਿੰਦੇ ਨੇ ਜਿਹੜਾ ਮਨ ਪਿੱਛੇ ਤੁਰਨ ਵਾਲਾ ਜੀਵ ਹੈ ਉਹ ਸਾਰੀ ਜ਼ਿੰਦਗੀ ਗੁਬਾਰ ਹੁੰਦਾ ਹੈ, ਕੁੱਪ ਹਨੇਰਾ। ਕੁੱਪ ਹਨੇਰੇ ਤੋਂ ਭਾਵ ਬਣਿਆ ਅਗਿਆਨਤਾ। ਸਾਹਿਬ ਕਹਿੰਦੇ ਮਨ ਪਿੱਛੇ ਤੁਰਨ ਵਾਲਾ ਇਨਸਾਨ ਸਾਰੀ ਜ਼ਿੰਦਗੀ ਆਪਣੀ ਜਿਹੜੀ ਅਗਿਆਨਤਾ ਵਿੱਚ ਗਵਾ ਕੇ ਤੁਰ ਜਾਂਦਾ ਹੈ। ਤੇ ਇਸ ਤਰ੍ਹਾਂ ਚਲਿਆ ਜਾਂਦਾ ਹੈ ਜਿਵੇਂ ਕੋਈ ਬੰਦਾ ਜੰਗਲ ਵਿੱਚ ਘੁਸ ਜਾਏ ਤੇ ਕੋਈ ਸਮਝ ਨਾ ਲੱਗਦੀ ਹੋਵੇ ਉਹਨੂੰ ਰਸਤੇ ਦੀ, ਇਸ ਤਰ੍ਹਾਂ ਅਗਿਆਨੀ ਮਨੁੱਖ ਦੀ ਜ਼ਿੰਦਗੀ ਹੈ। ਤੋ ਸਾਹਿਬ ਕਹਿੰਦੇ ਕੱਟੇ ਪਾਪ ਅਸੰਖ, ਨਾਮ ਹੈ ਇੱਕ ਕਣੀ। ਸਤਿਗੁਰੂ ਨਾਨਕ ਸਾਹਿਬ ਮਹਾਰਾਜ ਜੀ ਕਿਰਪਾ ਕਰਦੇ ਨੇ ਅਖੀਰਲੀ ਪੰਕਤੀ ਵਿੱਚ ਮੇਰੇ ਸਾਹਿਬ ਕਹਿੰਦੇ ਪਿਆਰਿਓ, ਪ੍ਰਭੂ ਪਰਮਾਤਮਾ ਦਾ ਨਾਮ ਕਰੋੜਾਂ ਪਾਪਾਂ ਨੂੰ ਕੱਟ ਦਿੰਦਾ। ਇੱਕ ਛਿਨ ਵਿੱਚ ਇੱਕ ਨਾਮ ਦੀ ਨਿੱਕੀ ਜਿਹੀ ਕਣੀ ਦੇ ਕੇ ਵੀ ਪ੍ਰਭੂ ਪਰਮਾਤਮਾ ਜੀਵ ਦੇ ਕਰੋੜਾਂ ਪਾਪਾਂ ਦਾ ਨਾਸ਼ ਕਰ ਦਿੰਦਾ ਹੈ। ਜਿਵੇਂ ਸਾਹਿਬ ਦੇ ਪਾਵਨ ਪਵਿੱਤਰ ਬਾਣੀ ਵਿੱਚ ਬਚਨ ਹਨ। ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਲੱਖ ਮੜਿਆਂ ਕਰ ਏਕਟੇ ਏਕ ਰੱਤੀ ਲੈ, ਭਾ ਲੱਖਾਂ ਮਣ ਲੱਕੜ ਹੋਵੇ ਤੇ ਇੱਕ ਨਿੱਕੀ ਜਿਹੀ ਚੰਗਿਆੜੀ ਦੇ ਦਿਓ ਤੇ ਲੱਕੜ ਸਾਰੀ ਸੜ ਕੇ ਸੁਆਹ ਹੋ ਜਾਂਦੀ ਹੈ। ਇਸ ਤਰ੍ਹਾਂ ਪ੍ਰਭੂ ਪਰਮਾਤਮਾ ਦਾ ਨਾਮ ਹੈ ਕਿਨਕਾ ਏਕ ਜਿਸ ਜੀ ਬਸਾਵੈ, ਤਾਂ ਕਿ ਮਹਿਮਾ ਗਨੀ ਨਾ ਆਵੇ। ਸਾਹਿਬ ਜੀ ਕਹਿੰਦੇ ਨੇ ਪ੍ਰਭੂ ਪਰਮਾਤਮਾ ਦਾ ਨਾਮ ਜੇ ਕਿਸੇ ਮਨੁੱਖ ਦੇ ਹਿਰਦੇ ਵਿੱਚ ਇੱਕ ਕਿਨਕਾ ਮਾਤਰ ਵੀ ਟਿਕ ਜਾਏ ਤਾਂ ਸਾਹਿਬ ਜੀ ਕਹਿੰਦੇ ਨੇ ਉਸ ਮਨੁੱਖ ਦੇ ਕਰੋੜਾਂ ਪਾਪਾਂ ਦਾ ਨਾਸ਼ ਹੋ ਜਾਂਦਾ ਹੈ। ਭਾਵ ਪ੍ਰਭੂ ਪਰਮਾਤਮਾ ਦਾ ਨਾਮ ਹੀ ਸਾਡੇ ਪਾਪਾਂ ਨੂੰ ਕੱਟਣ ਦੀ ਸਮਰੱਥਾ ਰੱਖਦਾ ਹੈ। ਜਿਸ ਨਾਮ ਬਾਰੇ ਦਿਨ ਰਾਤ ਅਸੀਂ ਪ੍ਰਭੂ ਪਰਮਾਤਮਾ ਵਾਹਿਗੁਰੂ ਦੇ ਚਰਨਾਂ ਵਿੱਚ ਮਿਲ ਬੈਠ ਕੇ ਉਹਦੇ ਕੋਲੋਂ ਦਾਤਾਂ ਵੀ ਮੰਗਦੇ ਹਾਂ ਪਰਮਾਤਮਾ ਦੇ ਕੋਲੋਂ ਨਾਮ ਦੀ। ਤੇ ਜਿਸ ਨਾਮ ਦੇ ਬਾਰੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਇਤਨੀ ਵਡਿਆਈ ਕੀਤੀ ਗਈ ਹੈ ਕਿ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਨੇ ਪ੍ਰਭੂ ਪਰਮਾਤਮਾ ਦਾ ਨਾਮ ਇੰਨੀ ਵੱਡੀ ਤਾਕਤ ਰੱਖਦਾ ਹੈ। ਸਹਿਸਕ੍ਰਿਤੀ ਵਿੱਚ ਸਤਿਗੁਰੂ ਅਰਜਨ ਦੇਵ ਜੀ ਦੇ ਸ਼ਬਦ ਹਨ, ਘੋਰ ਦੁਖਿਅੰ ਅਨਕ ਹਤਿਅੰ ਜਨਮ ਦਰਿਦਰੰ ਮਹਾ ਬਖਿਆਦੰ ਮਿਟੰਤ ਸਗਲ ਸਿਮਰੰਤ ਹਰ ਨਾਮ, ਨਾਨਕ ਜੈਸੇ ਪਾਪ ਕਾਸ਼ਟ ਭਸਮੰ ਕਰੋਤ। ਸਾਹਿਬ ਜੀ ਕਹਿੰਦੇ ਨੇ ਜਿਵੇਂ ਲੱਖਾਂ ਮਣ ਲੱਕੜ ਨਿੱਕੀ ਜਿਹੀ ਚੰਗਿਆੜੀ ਦੇ ਦਿਓ ਤੇ ਸੜ ਕੇ ਸਵਾਹ ਕਰ ਦਿੰਦੀ ਹੈ, ਇਸੇ ਤਰ੍ਹਾਂ ਹੀ ਪ੍ਰਮਾਤਮਾ ਦਾ ਨਾਮ ਹੈ ਜਿਹੜੇ ਸਾਡੇ ਕਰੋੜਾਂ ਪਾਪਾਂ ਨੂੰ ਛਿਨ ਵਿੱਚ ਹੀ ਖਤਮ ਕਰਨ ਦੀ ਸਮਰੱਥਾ ਰੱਖਦਾ ਹੈ। ਅੱਜ ਦੇ ਪਾਵਨ ਪਵਿੱਤਰ ਸ਼ਬਦ ਦਾ ਸਮੁੱਚਾ ਭਾਵ ਇਹ ਸੀ ਕਿ ਮਨੁੱਖ ਕਿਸੇ ਵੀ ਚੀਜ਼ ਦਾ ਅਹੰਕਾਰ ਨਾ ਕਰੇ, ਗਰਵ ਨਾ ਕਰੇ। ਪ੍ਰਭੂ ਪਰਮਾਤਮਾ ਵਾਹਿਗੁਰੂ ਕੋਲੋਂ ਜੋ ਮਿਲਦਾ ਹੈ ਉਹਦੀ ਸਿਫਤ ਵਡਿਆਈ ਕਰੇ। ਇਹ ਦੇਹੀ ਮਿਲੀ ਹੈ ਤਾਂ ਵੀ ਉਹਦਾ ਧੰਨਵਾਦ ਹੈ, ਪਰਮਾਤਮਾ ਨੇ ਸੁੰਦਰਤਾ ਦਿੱਤੀ ਹੈ ਤਾਂ ਵੀ ਉਹਦਾ ਧੰਨਵਾਦ ਹੈ, ਪਰਮਾਤਮਾ ਨੇ ਚੰਗੇ ਗੁਣ ਦਿੱਤੇ ਨੇ ਤਾਂ ਵੀ ਉਹਦਾ ਧੰਨਵਾਦ ਹੈ, ਪਰਮਾਤਮਾ ਨੇ ਚੰਗਾ ਰਿਜ਼ਕ ਦਿੱਤਾ, ਖਾਣ ਪੀਣ ਦਿੱਤਾ, ਘਰ-ਬਾਰ ਦਿੱਤਾ, ਪਰਿਵਾਰ ਦਿੱਤਾ, ਜੋ ਕੁਝ ਵੀ ਪਰਮਾਤਮਾ ਨੇ ਦਿੱਤਾ ਹੈ ਇਹ ਸਾਰਾ ਕੁਝ ਪਾ ਕੇ ਹੰਕਾਰ ਨਾ ਕਰੀਏ, ਸਗੋਂ ਸਾਰਾ ਕੁਝ ਪਾ ਕੇ ਪ੍ਰਭੂ ਦੀ ਵਡਿਆਈ ਕਰੀਏ ਕਿ ਪਰਮਾਤਮਾ ਤੇਰਾ ਦਿੱਤਾ ਹੋਇਆ ਹੈ। ਜੇ ਇੰਨੀ ਗੱਲ ਜੀਵ ਕਹਿ ਦੇਵੇ, ਫਰਕ ਇੱਕ ਵਿਦਵਾਨ ਕਹਿੰਦਾ ਅਰਦਾਸ ਦੇ ਸ਼ਬਦ ਸਿਰਫ ਥੋੜ੍ਹਾ ਜਿਹਾ ਤਬਦੀਲੀ ਕਰ ਦਈਏ ਤੇ ਜ਼ਿੰਦਗੀ ਨੂੰ ਸਕੂਨ ਮਿਲਦਾ ਹੈ। ਸ਼ਬਦ ਉਹੀ ਹੁੰਦੇ, ਥੋੜ੍ਹੀ ਜਿਹੀ ਤਬਦੀਲੀ ਕਰਨੀ ਪੈਂਦੀ। ਇੱਕ ਸ਼ਬਦ ਉਹ ਨੇ, ਬੰਦਾ ਇਹ ਕਹਿੰਦਾ ਰੱਬ ਨੂੰ ਆ ਕੇ, ਰੱਬ ਜੀ ਮੈਂ ਜੋ ਮੇਰੇ ਅੰਦਰ ਯੋਗਤਾ ਸੀ ਉਹਦੇ ਮੁਤਾਬਕ ਤੁਸੀਂ ਮੈਨੂੰ ਦਿੱਤਾ ਨਹੀਂ,
ਇੱਕ ਬੰਦਾ ਉਹ ਜਿਹੜਾ ਕਹਿੰਦਾ ਹੇ ਵਾਹਿਗੁਰੂ ਮੇਰੀ ਯੋਗਤਾ ਹੀ ਕੋਈ ਨਹੀਂ ਸੀ, ਜੋ ਕੁਝ ਤੁਸੀਂ ਮੈਨੂੰ ਦੇ ਦਿੱਤਾ ਹੈ। ਇਹ ਗੱਲ ਕਹਿਣ ਦੇ ਵਿੱਚ ਅਰਦਾਸ ਦੇ ਸ਼ਬਦ ਜੇ ਥੋੜ੍ਹੇ ਜਿਹੇ ਤਬਦੀਲ ਕਰ ਲਵੇ ਬੰਦਾ, ਬੜਾ ਸਕੂਨ ਮਿਲਦਾ। ਇੱਕ ਵਿੱਚ ਗਿਲਾ ਹੈ, ਇੱਕ ਵਿੱਚ ਸ਼ੁਕਰਾਨਾ ਹੈ। ਗਿਲਾ ਇਸ ਗੱਲ ਵਿੱਚ ਹੈ ਕਿ ਹੇ ਵਾਹਿਗੁਰੂ ਜੀ, ਜੋ ਕੁਝ ਮਿਲਣਾ ਚਾਹੀਦਾ ਸੀ ਨਹੀਂ ਮਿਲਿਆ, ਇਹ ਗਿਲਾ ਹੈ, ਇਹਦੇ ਵਿੱਚ ਕੁਝ ਨਹੀਂ ਮਿਲਦਾ। ਇਹ ਕਹਿ ਦੀ ਕਿ ਵਾਹਿਗੁਰੂ ਮੈਨੂੰ ਆਸ ਨਹੀਂ ਸੀ, ਜੋ ਕੁਝ ਮੇਰੀ ਔਕਾਤ ਹੀ ਕੋਈ ਨਹੀਂ ਸੀ, ਜੋ ਕੁਝ ਤੁਸੀਂ ਕਿਰਪਾ ਕਰ ਦਿੱਤੀ ਹੈ, ਇਹਦੇ ਵਿੱਚ ਉਹਦਾ ਸ਼ੁਕਰ ਹੈ ਅਤੇ ਜ਼ਿੰਦਗੀ 'ਚ ਸਕੂਨ ਮਿਲਦਾ, ਆਨੰਦ ਮਿਲਦਾ ਹੈ। ਇਹਦੇ ਵਿੱਚ ਵਾਹਿਗੁਰੂ ਪਰਮਾਤਮਾ ਦੀ ਹੋਰ ਵੀ ਬਖਸ਼ਿਸ਼ ਮਿਲਦੀ ਹੈ। ਸ਼ਬਦ ਵਿਚਾਰ ਕਰਦਿਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਟੁੱਟਾਂ ਹੋ ਗਈਆਂ। ਸਤਿਗੁਰੂ ਜੀ ਤੇ ਸਾਧ ਸੰਗਤ ਬਖਸ਼ਣਯੋਗ ਹੈ। ਭੁੱਲ ਚੁੱਕ ਦੀ ਖਿਮਾ ਅਗਾਂਹ ਵਾਸਤੇ ਸਤਿਗੁਰੂ ਸਮਤ ਬਖਸ਼ਿਸ਼ ਕਰਨ। ਆਓ 6 ਪੌੜੀਆਂ ਆਨੰਦ ਸਾਹਿਬ ਜੀ ਦੇ ਪਾਠ ਉਪਰੰਤ ਗੁਰੂ ਚਰਨਾਂ 'ਚ